80 ਸਾਲ ਦੇ ਹੋ ਗਏ ਨੇ ਬਲਬੀਰ ਸਿੰਘ ਰਾਜੇਵਾਲ ਜੀ। ਅੱਜ ਲੱਗਦਾ ਵੀ ਇਹ ਬੰਦੇ ਨੇ ਪੰਜਾਬ ਦੀ ਆਵਾਜ਼ 'ਚ ਜਾਨ ਪਾਈ ਹੈ ਤੇ ਆਪਾਂ ਹੁਣ 80 ਸਾਲਾਂ ਤੋਂ ਬਾਅਦ ਅਚਾਰ ਪਾਉਣਾ ਰਾਜੇਵਾਲ ਸਾਹਿਬ ਦਾ ਤੇ ਲੱਖੋਵਾਲ ਧੜੇ ਨੂੰ ਕੀ ਹੋ ਗਿਆ? ਉਹ ਤੇ ਅਜੇ ਗੱਲਬਾਤ ਕਰ ਰਹੇ ਆ ਉਹ ਆ ਜਾਣਗੇ। ਉਹਨਾਂ ਨੂੰ ਡਰ ਆ ਵੀ ਇਹ ਕਿਤੇ ਸਾਨੂੰ ਨਾਲ ਜੋੜ ਕੇ ਕਿਤੇ ਆਪਣੀ ਗੱਡੀ ਦੂਜੇ ਇੰਜਣ ਦੇ ਪਿੱਛੇ ਤਾਂ ਨਹੀਂ ਲਾ ਦੇਣਗੇ ਕਿਸੇ ਪਾਰਟੀ ਦੇ। ਬਲਬੀਰ ਸਿੰਘ ਰਾਜੇਵਾਲ ਹੁਣਾਂ ਨੂੰ ਆਪਣਾ ਲੀਡਰ ਚੁਣ ਲਿਆ। ਲੀਡਰ ਦਾ ਅਰਥ ਇਹ ਹੈ ਵੀ ਜੇ ਸਰਕਾਰ ਬਣੀ ਮੁੱਖ ਮੰਤਰੀ ਚੁਣ ਲਿਆ। ਬਲਬੀਰ ਰਾਜੇਵਾਲ ਹੁਣੀ ਅੰਮ੍ਰਿਤਧਾਰੀ ਸਿੱਖ ਨੇ, ਇਹਨੂੰ ਕਿਵੇਂ ਦੇਖਦੇ ਜੀ? ਜੇ ਤੇ ਇਹ ਪਲੇਟਫਾਰਮ 117 ਤੇ ਲੜਦਾ ਕੋਈ ਰਿਸਕ ਨਹੀਂ ਹੈ। ਇਹਨਾਂ ਨੂੰ ਫਾਇਦਾ ਹੋਊਗਾ, ਇਹ ਤਕੜੇ ਹੋ ਕੇ ਨਿਕਲਣਗੇ। ਔਰ ਇਹ ਕੇਜਰੀਵਾਲ ਜਿਹਨੇ ਧਾਰਾ 370 ਹਟਾਉਣ ਦੀ ਮਦਦ ਕੀਤੀ, CAA ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਸੀ ਉਹਦੇ 'ਚ ਵੀ ਮਦਦ ਕੀਤੀ ਬੀਜੇਪੀ ਦੀ। ਜੇ ਇਹ ਆਪ ਵੱਲ ਜਾਂਦੇ ਹੈਗੇ ਆ ਤਾਂ ਬਾਕੀ ਜਿਹੜੀਆਂ ਧਿਰਾਂ ਨੇ ਲੈਫਟ ਬਾਹਰ ਜਾਣਗੇ ਸਾਰੇ। ਇਹ ਮੋਰਚੇ ਜੋ ਬਾਈਆਂ ਜੋ ਬਾਹਰ ਚਲੇ ਜਾਣਗੇ ਪਹਿਲਾਂ। ਇਹ ਫਿਰ ਇੰਨੀ 5-7 ਜਿਹੜਾ ਹੁੰਦਾ ਠੁੰਠੁਣਾ ਜਿਹਾ ਰਹਿ ਜਾਊਗਾ। ਕਿਸਾਨੀ ਜਿਹੜੇ ਕਾਨੂੰਨ ਨੇ ਦੁਬਾਰਾ ਬਣਾਏ ਜਾਣੇ। ਫਿਰ ਇਹੋ ਜਿਹੀ ਸ਼ਕਤੀ ਨਾਲ ਨਹੀਂ ਲੜਨਾ ਚਾਹੀਦਾ ਜਿਹੜੀ ਪਹਿਲਾਂ ਹੀ ਲੱਗੇ ਡਿਕਟੇਟਰ ਹੈ ਤੇ ਉਹਦੇ ਨਾਲ ਫਿਰ ਕਿਤੇ ਕਿਸਾਨੀ ਅੰਦੋਲਨ ਉਹਦੇ ਝੰਡੇ ਥੱਲੇ ਡਿੱਗ ਨਾ ਜਾਵੇ। ਤੁਸੀਂ ਇਹ ਚਾਹੁੰਦੇ ਜੀ? ਬਿਲਕੁਲ ਨਹੀਂ, ਬਿਲਕੁਲ ਡਿੱਗੂਗਾ। ਤੇ ਜੋ ਭਾਸ਼ਾ ਰਾਜੇਵਾਲ ਬੋਲਦਾ, ਮੈਨੂੰ ਕਈ ਵਾਰੀ ਜੇ ਉਹਨੂੰ ਨਾ ਦੱਸੋ ਵੀ ਇਹ ਰਾਜੇਵਾਲ, ਲੋਕਾਂ ਨੂੰ ਲੱਗੂ ਕੋਈ ਕਾਮਰੇਡ ਬੋਲ ਰਿਹਾ। ਰਾਜੇਵਾਲ ਸਾਹਿਬ, ਕਾਦੀਆਂ ਸਾਹਿਬ ਜਾਂ ਕੁਲਵੰਤ ਸੰਧੂ, ਹੋਰ ਸਾਰੀ ਜਿਹੜੀ ਸੁਖਦਰਸ਼ਨ ਨੱਤ ਵਗੈਰਾ ਸੰਦੂਕੜੀ ਆਪਣੀ ਵੋਟਾਂ ਦੀ ਰੱਖਦੇ ਨੇ, ਜੋ ਫੈਸਲਾ ਕੀਤਾ ਉਹ ਠੀਕ ਹੈ ਕਿ ਗਲਤ ਹੈ? ਗਾਹੇ ਬਗਾਹੇ ਕਿਸੇ ਨਾ ਕਿਸੇ ਰੂਪ 'ਚ ਹਮਲਾ ਦੁਬਾਰਾ ਹੋਊਗਾ। ਇਕੱਲਾ ਕਾਨੂੰਨਾਂ ਦਾ ਨਹੀਂ, ਹੋਰ ਸਾਰੀਆਂ ਚੀਜ਼ਾਂ ਦਾ ਹੋਊ। ਤੇ ਅੱਜ ਫਿਰ ਗੱਲ ਸਿਆਸਤ ਦੀ ਹੋਊਗੀ, ਕਿਉਂਕਿ ਸਿਆਸਤ ਦੇ ਭਖਵੇਂ ਦੇ ਨੇੜੇ ਆ ਗਏ ਨੇ। 2022 ਦਾ ਅਖਾੜਾ ਭਖ ਗਿਆ, ਪਰ ਇਹਨੂੰ ਇੱਕ ਵੱਡੇ ਪੱਧਰ ਤੇ ਭਖਾ ਦਿੱਤਾ ਕਿਸਾਨੀ ਅੰਦੋਲਨ 'ਚ ਰੰਗੇ ਕਿਸਾਨ ਲੀਡਰਾਂ ਨੇ। ਕਿਉਂਕਿ ਕਿਸਾਨ ਲੀਡਰ ਹੁਣ ਕਹਿੰਦੇ ਨੇ ਵੀ ਅਸੀਂ ਸਿੰਘੂ, ਟਿੱਕਰੀ ਤੇ ਗਾਜੀਪੁਰ ਬਾਰਡਰ ਦਾ ਮੋਰਚਾ ਤੇ ਕਰ ਲਿਆ ਫਤਿਹ, ਤੇ ਹੁਣ 2022 ਦਾ ਸਿਆਸੀ ਮੋਰਚਾ ਵੀ ਫਤਿਹ ਕਰਨਾ। ਇਹ ਐਲਾਨ ਕਰ ਦਿੱਤੇ ਨੇ। 32 ਵਿੱਚੋਂ 22 ਜਥੇਬੰਦੀਆਂ ਇਲੈਕਸ਼ਨ ਲੜਨ ਦਾ ਐਲਾਨ ਕਰ ਚੁੱਕੀਆਂ ਨੇ। 2-3 ਹੋਰ ਜਥੇਬੰਦੀਆਂ ਬਾਰੇ ਇਹ ਗੱਲ ਕਹੀ ਜਾ ਰਹੀ ਹੈ ਵੀ ਉਹ ਵੀ ਸਿਆਸੀ ਅਖਾੜੇ 'ਚ ਆ ਸਕਦੀਆਂ ਨੇ। ਪਰ ਵੱਡੀ ਗੱਲ ਇਹ ਹੈ ਵੀ ਜੇ 22 ਦੀ ਥਾਂ 24 ਵੀ ਆ ਜਾਣ ਤੇ 8 32 ਵਿੱਚੋਂ ਬਾਹਰ, ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਹੜੀ ਵੱਖਰੇ ਤੌਰ 'ਤੇ ਅੰਦੋਲਨ ਲੜਦੀ ਸੀ, ਉਹ ਵੀ ਇਸ ਤੋਂ ਬਾਹਰ। ਲੱਗਦਾ ਪਹਿਲੀ ਨਜ਼ਰੇ ਵੀ ਕਿਤੇ ਤਰੇੜ ਤੇ ਨਹੀਂ ਪੈ ਗਈ ਸਿਆਸਤ ਦੇ ਅਖਾੜੇ 'ਚ ਪੈਰ ਰੱਖਦੇ ਆ। ਇਹ ਸਾਰੇ ਤੇ ਚਰਚਾ ਕਰਾਂਗੇ, ਔਰ ਕਰਾਂਗੇ ਵੀ ਉਹ ਸ਼ਖਸੀਅਤ ਨਾਲ ਜਿਹੜੀ ਪੂਰੇ ਕਿਸਾਨੀ ਅੰਦੋਲਨ 'ਚ ਰੰਗੀ ਰਹੀ। ਪ੍ਰੋਫੈਸਰ ਮਨਜੀਤ ਸਿੰਘ ਜੀ ਪਹਿਲਾਂ ਤਾਂ ਸਟੂਡੀਓ 'ਚ ਆਏ ਸਾਡੇ, ਤੁਹਾਡਾ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ ਤਲਵੰਤ ਜੀ। ਗੱਲ ਸਿੱਧੀ ਸ਼ੁਰੂ ਕਰ ਦਈਏ। ਇਹ ਐਲਾਨ ਤੋਂ ਬਾਅਦ ਪ੍ਰੋਫੈਸਰ ਸਾਹਿਬ ਦੇ ਮਨ ਵਿੱਚ ਕੀ ਹਲਚਲ ਮਚ ਰਹੀ ਹੈ? ਦੇਖੋ, ਆਈਡੀਅਲੀ ਤੇ ਤਰਲੋਚਨ ਜੀ ਚਾਹੀਦਾ ਇਹੀ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਧੜਾ ਹੋਰ ਮਜ਼ਬੂਤ ਹੁੰਦਾ, ਹੋਰ ਵਿਸ਼ਾਲ ਹੁੰਦਾ। ਨਰਿੰਦਰ ਤੋਮਰ ਹੁਣਾਂ ਨੇ ਕੱਲ੍ਹ ਮੈਨੂੰ ਹੁਣੇ ਕੋਈ ਕਹਿ ਰਿਹਾ ਸੀ, ਡਾਕਟਰ ਫੋਨ ਕਰਕੇ, ਕਿ ਇੱਕ ਸੈਕਸ਼ਨ 'ਚ ਪ੍ਰੈਸ ਬਿਆਨ ਉਹਨਾਂ ਦਾ ਆਇਆ, ਅਧਿਕਾਰਕ ਤੌਰ 'ਤੇ ਆਇਆ, ਅਧਿਕਾਰਤ ਤੌਰ 'ਤੇ, ਕਿਸਾਨੀ ਜਿਹੜੇ ਕਾਨੂੰਨ ਨੇ ਦੁਬਾਰਾ ਬਣਾਏ ਜਾਣੇ। ਫਿਰ ਮੈਂ ਖੁਦ ਸਕਿਪ ਕਰ ਗਿਆ, ਕਿਤੇ ਨਹੀਂ ਪੜ੍ਹਿਆ, ਕੱਲ੍ਹ ਬਿਜ਼ੀ ਸੀ। ਪਰ ਜੇ ਤੁਸੀਂ ਇਸ ਗੱਲ ਨੂੰ ਵੀ ਵੈਰੀਫਾਈ ਕਰਦੇ, ਉਹਨਾਂ ਨੇ ਸ਼ਬਦ ਕਹੇ ਨੇ ਵੀ ਕੁਛ ਲੋਕਾਂ ਨੂੰ, ਕਿਸਾਨਾਂ ਨੂੰ ਸਮਝਾਉਣ ਤੋਂ ਅਸੀਂ ਅਸਮਰਥ ਰਹੇ, ਔਰ ਕਿਉਂਕਿ ਕਿਸਾਨਾਂ ਦੇ ਜਿਹੜੇ ਇਸ਼ੂ ਨੇ, ਜਿਹੜੇ ਪਹਿਲੇ ਨਿਯਮ ਨੇ, ਉਹਦੇ ਵਿੱਚ ਸੋਧ ਕਰਨ ਦੀ ਬੜੀ ਵੱਡੀ ਲੋੜ ਹੈ, ਇਸ ਲਈ ਦੁਬਾਰਾ ਬਣਨਗੇ। ਗੱਲ ਤੇ ਉੱਥੇ ਹੀ ਆ ਗਈ। ਅਸੀਂ ਤੇ ਕਹਿ ਹੀ ਰਹੇ ਹਾਂ ਕਿ ਉਹਨੇ ਤਾਂ ਕਿਹਾ ਹੀ ਨਹੀਂ ਕਾਨੂੰਨ ਗਲਤ ਹੈਗੇ ਆ। ਮੋਦੀ ਨੇ ਮਾਫੀ ਮੰਗੀ ਕਿ ਕਹਿੰਦਾ ਅਸੀਂ ਤੁਹਾਨੂੰ ਸਮਝਾਉਣ 'ਚ ਅਸਮਰਥ ਰਹੇ ਹਾਂ, ਕਾਨੂੰਨ ਤੇ ਠੀਕ ਆ।
ਇਹ ਵੀ ਨਹੀਂ ਕਿਹਾ ਕਿ ਤੁਸੀਂ ਸਮਝਣ 'ਚ ਅਸਮਰਥ ਰਹੇ, ਜਿਹੜਾ ਪਹਿਲਾਂ ਕਹਿੰਦੇ ਸੀ ਵੀ ਤੁਹਾਨੂੰ ਸਮਝ ਨਹੀਂ ਪੈਂਦੀ, ਉਹਨਾਂ ਨੂੰ ਨਾਰਾਜ਼ ਵੀ ਨਹੀਂ ਕੀਤਾ, ਮਾਫੀ ਵੀ ਮੰਗ ਲਈ, ਕਹਿੰਦੇ ਸਾਡੇ ਕਿਤੇ ਭਗਤੀ ਦੇ ਵਿੱਚ ਕੁਝ ਫਰਕ ਰਿਹਾ ਹੋਊਗਾ ਕਿ ਅਸੀਂ ਤੁਹਾਨੂੰ ਸਮਝਾ ਨਹੀਂ ਸਕੇ। ਇਹੀ ਕਿਹਾ। ਇਹ ਜਦ ਗੱਲ ਆ ਤੇ ਇਹਦਾ ਮਤਲਬ ਅਸੀਂ ਤੇ ਲਗਾਤਾਰ ਤਰਲੋਚਨ ਜੀ ਕਿ ਇਹੀ ਗੱਲ ਕਹਿੰਦੇ ਆ ਰਹੇ ਹਾਂ ਕਿ ਦੇਖੋ ਇਹ ਗਾਹੇ ਬਗਾਹੇ ਕਿਸੇ ਨਾ ਕਿਸੇ ਰੂਪ 'ਚ ਹਮਲਾ ਦੁਬਾਰਾ ਹੋਊਗਾ। ਇਕੱਲਾ ਕਾਨੂੰਨਾਂ ਦਾ ਨਹੀਂ, ਹੋਰ ਸਾਰੀਆਂ ਚੀਜ਼ਾਂ ਦਾ ਹੋਊ। ਉਹਨਾਂ ਨੇ ਇਹ ਫੈਸਲਾ ਕੀਤਾ ਹੋਇਆ ਵਰਲਡ ਏਜੰਸੀਆਂ ਦੇ ਨਾਲ, ਵਰਲਡ ਬੈਂਕ ਕਹਿ ਲਓ, IMF ਕਹਿ ਲਓ, WTO ਦਾ ਬੜਾ ਦਬਾਅ ਹੈਗਾ ਕਿ ਤੁਸੀਂ ਲਗਾਤਾਰ ਆਪਣੀ ਐਡੀ ਵੱਡੀ ਗਿਣਤੀ 'ਚ ਆਪਣੇ ਕਿਸਾਨਾਂ ਨੂੰ ਪਿੰਡਾਂ 'ਚ ਆਪਣੇ ਬੁੱਕਲ 'ਚ ਕਿਉਂ ਲਈ ਬੈਠੇ, ਉਹਨਾਂ ਨੂੰ ਉਜਾੜੋ ਉੱਥੋਂ। ਇਹ ਕੰਮ ਹੋਣਗੇ ਕਿਸ ਰੂਪ 'ਚ ਹੁੰਦੇ, ਕਿੱਦਾਂ ਹੁੰਦੇ ਆ, ਅੱਜ ਹੁੰਦੇ ਆ, ਥੋੜ੍ਹੀ ਦੇਰ ਕੇ ਸਟੈਪ ਬਾਈ ਸਟੈਪ ਹੁੰਦੇ ਹੋਣਗੇ। ਇਸੇ ਕਰਕੇ ਤਰਲੋਚਨ ਜੀ ਇਹ ਅਤੀ ਜ਼ਰੂਰੀ ਸੀਗਾ ਕਿ ਅਸੀਂ ਆਪਣੇ ਥੜੇ ਨੂੰ, ਜਿਹੜਾ ਕਿਸਾਨੀ ਥੜਾ ਜਾਂ ਲੋਕ ਥੜਾ ਜਾਂ ਲੋਕ ਮਤ ਜਾਂ ਲੋਕ ਨੀਤੀ, ਉਸ ਦੇ ਉੱਤੇ ਹੋਰ ਥੋੜ੍ਹਾ ਸਹਿਜ ਦੇ ਨਾਲ ਮੰਥਨ ਕਰਕੇ ਉਹਨੂੰ ਮਜ਼ਬੂਤ ਕਰਦੇ। ਜਿਵੇਂ ਉੱਥੋਂ ਫੌਜਾਂ ਵਾਪਸ ਆਈਆਂ, ਉਸੇ ਵੇਲੇ ਫਿਰ ਮੋਰਚਿਆਂ ਦੇ ਵਿੱਚ ਅਗਰਾਹਾਂ ਹੋਣਾ ਨੇ ਭੇਜਤੀਆਂ, ਮੋਰਚੇ ਲਾਤੇ, ਡੀਸੀਆਂ ਦੇ ਕਰਾਓ ਕਰੋ, ਉੱਥੇ ਬੈਠੋ, ਟੋਲ ਪਲਾਜ਼ਾ 'ਤੇ ਬੈਠੋ, ਹੋਰਨਾਂ 'ਤੇ। ਉਹਨਾਂ ਨੂੰ ਇਹ ਸੀ ਵੀ ਜੇ ਫੌਜਾਂ ਵਿਹਲੀਆਂ ਰੱਖੀਆਂ ਫਿਰ ਖਰਾਬ ਹੁੰਦੀਆਂ। ਇਹ ਮੈਂ ਤਾਂ ਨਹੀਂ ਇਸ ਗੱਲ ਦੇ ਹੱਕ 'ਚ ਵੀ 24 ਘੰਟੇ ਫੌਜਾਂ ਲੜਦੀਆਂ ਹੀ ਰਹਿਣ, ਪਰ ਇਹਦੇ ਬਾਵਜੂਦ ਤੁਹਾਡਾ ਜਿਹੜਾ ਉਹ ਏਕਾ ਬਣਿਆ, ਉਸ ਦੀਆਂ ਜੜ੍ਹਾਂ ਹੋਰ ਗਹਿਰੀਆਂ ਕਰਨ ਦੀ ਲੋੜ ਹੈਗੀ। ਪਰ ਇੱਕ ਇਹਦੇ 'ਚ ਵਿੱਚੋਂ ਹੀ ਪ੍ਰੋਬਲਮ ਹੋਰ ਸੀ, ਜਿਹਦਾ ਜਵਾਬ ਤਰਲੋਚਨ ਜੀ ਸਾਡੇ ਕੋਲ ਵੀ ਨਹੀਂ ਸੀ। ਉਹ ਪ੍ਰੋਬਲਮ ਇਹ ਸੀ ਕਿ ਜਦੋਂ ਇਹ ਜਨ ਅੰਦੋਲਨ ਬਣ ਗਿਆ, ਕਿਸਾਨ ਅੰਦੋਲਨ ਤੋਂ ਜਨ ਅੰਦੋਲਨ ਬਣ ਗਿਆ, ਮੀਡੀਆ, ਰਾਈਟਰ, ਪਲੇਅਰ ਸਾਰਿਆਂ ਨੇ, ਕਿੰਨਿਆਂ ਨੇ ਆਪਣੇ ਤਗਮੇ ਵਾਪਸ ਕੀਤੇ, ਜਨ ਅੰਦੋਲਨ ਸੀਗਾ। ਜਦੋਂ ਸਾਰਾ ਜਨ ਅੰਦੋਲਨ ਬਣ ਗਿਆ ਤੇ ਜਨ ਨੇ ਹੁਣ ਵੋਟਾਂ ਵੀ ਪਾਉਣੀਆਂ। ਇਹ ਇੱਕ ਡੈਮੋਕ੍ਰੇਸੀ ਹੈ, ਤੁਹਾਡਾ ਅਧਿਕਾਰ ਹੈ। ਤਾਂ ਜੇ ਤੁਸੀਂ ਹੁਣ ਵੋਟਾਂ ਪਾਉਣੀਆਂ, ਉਹ ਉਹਨਾਂ ਦਾ ਇੱਕ ਲਗਾਤਾਰ ਸਵਾਲ ਸੀਗਾ ਕਿ ਆ ਵੀ ਮਾੜਾ, ਆ ਵੀ ਮਾੜਾ, ਆ ਵੀ ਮਾੜਾ, ਸਾਰੇ ਰਾਜਨੀਤਿਕ ਪਾਰਟੀਆਂ ਮਾੜੀਆਂ। ਇਸੇ ਕਰਕੇ ਕਿਸਾਨ ਅੰਦੋਲਨ ਦੇ ਉਹਨਾਂ ਨੂੰ ਨੇੜੇ ਉਹਨਾਂ ਨੇ ਕਿਤੇ ਫੜਕਣ ਨਹੀਂ ਦਿੱਤਾ, ਥੱਲੇ ਤੇ ਬੈਠਣ ਦਿੱਤਾ, ਉਹ ਵੀ ਬੜੀ ਇਜਾਜ਼ਤ ਦੇ ਨਾਲ, ਪਰ ਸਟੇਜ ਦੇ ਉੱਤੇ ਕਦੀ ਲਾਗੇ ਨਹੀਂ ਦਿੱਤਾ। ਹੁਣ ਜਦੋਂ ਅਸੀਂ ਉਹਨਾਂ ਦੇ ਵਿਰੁੱਧ ਲੋਕਾਂ ਦੀ ਇੱਕ ਭਾਵਨਾ ਸਮੁੱਚੀ ਰਾਜਨੀਤਿਕ ਜਮਾਤ ਦੇ ਵਿਰੁੱਧ ਬਣਾ ਹੀ ਦਿੱਤੀ ਹੈ, ਫਿਰ ਅਸੀਂ ਵੋਟ ਕਿੱਥੇ ਪਾਈਏ? ਘਰੇ ਰੱਖ ਲਈਏ, ਉਹਨੂੰ ਸਾਡੀ ਫੂਕ ਕੇ ਚਾਹ ਬਣਾਉਣੀ ਆ। ਤੇ ਇਹ ਗੱਲ ਚਰਚਾ ਆਈ। ਫਿਰ ਕੁਛ ਇਹਨਾਂ ਦੇ ਦਬਾਅ ਦਾ ਕਹਿ ਲਓ ਜਾਂ ਇਸ ਸਮਝ 'ਚੋਂ ਕਹਿ ਲਓ ਕਿ ਇੱਕ ਡੱਬਾ ਅਸੀਂ ਵੀ ਰੱਖਾਂਗੇ ਆਪਾਂ। ਉਹ ਇਹੀ ਕਾਰਨ ਆ ਕਿ ਇਹ ਚੋਣਾਂ ਸਿਰਫ ਸੱਤਾ ਦਾ ਆਨੰਦ ਭੋਗਣ ਲਈ ਨਹੀਂ ਲੜ ਰਹੇ ਜਾਂ ਸੱਤਾ 'ਚ ਆ ਕੇ ਅਸੀਂ ਬਹੁਤ ਕੁਝ ਬਦਲ ਦਿਆਂਗੇ। ਤੁਹਾਡੇ ਮੁਤਾਬਕ ਜੇ ਰਾਜੇਵਾਲ ਸਾਹਿਬ, ਕਾਦੀਆਂ ਸਾਹਿਬ ਜਾਂ ਕੁਲਵੰਤ ਸੰਧੂ, ਹੋਰ ਸਾਰੀ ਜਿਹੜੀ ਸੁਖਦਰਸ਼ਨ ਨੱਤ ਵਗੈਰਾ ਸੰਦੂਕੜੀ ਆਪਣੀ ਵੋਟਾਂ ਦੀ ਰੱਖਦੇ ਨੇ, ਜੋ ਫੈਸਲਾ ਕੀਤਾ, ਉਹ ਠੀਕ ਹੈ ਕਿ ਗਲਤ ਹੈ? ਇਹ ਦੇਖੋ, ਇਹਨਾਂ ਹਾਲਾਤਾਂ ਦੇ ਵਿੱਚ ਠੀਕ ਵੀ ਹੈ ਤੇ ਉਹਦੇ ਰਿਸਕ ਵੀ ਹੈ। ਠੀਕ ਤੇ ਇਸ ਕਰਕੇ ਹੈ ਕਿ ਉਹ ਸਾਰੇ ਲੋਕਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਰੱਖਣਗੇ, ਕੰਸੋਲੀਡੇਟ ਕਰਨਗੇ ਤੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਵੀ ਇੱਕ ਥੜਾ ਆਪਣੇ ਤੌਰ ਤੇ ਆਪਣੀ ਟਰਮਸ ਦੇ ਉੱਤੇ ਦੇ ਰਹੇ ਲੋਕਾਂ ਨੂੰ। ਰਿਸਕ ਇਹ ਹੈ ਕਿ ਜੇ ਲਾਲਚ ਆ ਗਿਆ ਤੇ ਸਾਰੇ ਤੇ ਇੰਨੇ ਬਹਾਦਰ ਨਹੀਂ ਹੈ, ਸਾਰੇ ਤੇ ਇੰਨੇ ਇਹ ਨਹੀਂ ਹੈ ਕਿ ਅਸੀਂ ਪੜਨਾਏ ਹੋਏ ਹਾਂ, ਇਮਾਨਦਾਰ ਹਾਂ, ਅਸੀਂ ਪੁਰਜਾ ਕੱਟ ਮਰੇ ਹੈ, ਇਹੋ ਜਿਹੇ ਤੇ ਨਹੀਂ ਸਾਰੇ ਹੈਗੇ ਨਾ। ਪਰ ਸਭ ਆਪਾਂ ਹੁਣੇ ਸੋਚੀ ਜਾਵੇ, ਜੇ ਲਾਲਚ 'ਚ ਆ ਗਏ, ਜੇ ਮਤਲਬ ਆਪਾਂ ਕੰਪੈਰੀਜ਼ਨ ਕਰੀਏ, ਇੱਕ ਪਾਸੇ ਰਾਜੇਵਾਲ ਸਾਹਿਬ ਜਾਂ ਹੋਰ ਲੀਡਰਸ਼ਿਪ ਆ, ਦੂਜੇ ਪਾਸੇ ਚਰਨਜੀਤ ਚੰਨੀ, ਨਵਜੋਤ ਸਿੱਧੂ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਰਵਿੰਦ ਕੇਜਰੀਵਾਲ, ਹੋਰ ਕਿਹੜਾ ਨਾਮ ਭੁੱਲ ਗਿਆ ਮੈਂ, ਮੈਡਮ ਭੱਠਲ, ਇਹ ਸਾਰੇ ਜਿਹੜੇ ਨੇ, ਜੇ ਕੰਪੈਰੀਜ਼ਨ ਕਰੀਏ ਤਾਂ ਤੁਹਾਨੂੰ ਕੌਣ ਚੰਗਾ ਲੱਗਦਾ? ਤੇ ਫਿਰ ਰਿਸਕ ਤੇ ਲੈਣਾ ਹੀ ਪਊਗਾ ਨਾ। ਰਿਸਕ ਤੇ ਦਿੱਲੀ ਜਾ ਕੇ ਵੀ ਲਿਆ ਸੀ। ਨਹੀਂ, ਮੈਂ ਹੁਣ ਤੁਹਾਨੂੰ ਸਾਫ਼ ਸ਼ਬਦਾਂ 'ਚ ਕਹਿੰਦਾ, ਜੇ ਤੇ ਇਹ ਪਲੇਟਫਾਰਮ 117 ਤੇ ਲੜਦਾ, ਕੋਈ ਰਿਸਕ ਨਹੀਂ ਹੈ। ਇਹਨਾਂ ਨੂੰ ਫਾਇਦਾ ਹੋਊਗਾ, ਇਹ ਤਕੜੇ ਹੋ ਕੇ ਨਿਕਲਣਗੇ। ਤੁਹਾਡਾ ਮਤਲਬ ਕਿਸੇ ਨਾਲ ਗੱਠਜੋੜ ਨਹੀਂ ਕਰਨਾ ਚਾਹੀਦਾ? ਬਿਲਕੁਲ। ਕਾਰਨ ਉਹਨਾਂ ਨੇ ਕਹਿਤਾ ਕਾਂਗਰਸ, ਅਕਾਲੀ ਦਲ, BJP ਨਾਲ ਨਹੀਂ ਕਰਾਂਗੇ, ਰਹਿ ਗਈ ਆਮ ਆਦਮੀ ਪਾਰਟੀ, ਕੀ ਨੁਕਸਾਨ ਹੋਊਗਾ ਉਹਦੇ ਨਾਲ? ਨੁਕਸਾਨ ਹੀ ਕੀ ਦੱਸੋ ਤੁਸੀਂ? ਪਹਿਲਾ ਨੁਕਸਾਨ ਤੇ ਇਹ ਦੇਖੋ, ਮੈਂ ਚੰਡੀਗੜ੍ਹ ਹੁਣੇ ਆ ਰਿਹਾ ਸੀ ਤੁਹਾਡੇ ਸਟੂਡੀਓ ਤੱਕ, ਐਡੀਆਂ ਹੋਰਡਿੰਗਸ ਇੱਥੇ ਚੰਡੀਗੜ੍ਹ 'ਚ ਕੇਜਰੀਵਾਲ ਨੇ ਸਿਰਫ ਤੇ ਸਿਰਫ ਆਪਣੀਆਂ ਫੋਟੋ ਨਾਲ ਲਾਈਆਂ ਹੋਈਆਂ। ਇੱਕ ਮੌਕਾ ਕੇਜਰੀਵਾਲ ਕੋ, ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਨਹੀਂ, ਕੇਜਰੀਵਾਲ ਕੋ। ਜਦੋਂ ਆਪਣੇ ਥੋਬੜੇ ਨਾਲ, ਚਿਹਰੇ ਨਾਲ ਕੱਲਾ ਉਹ ਹੋਰਡਿੰਗ ਬੜੀਆਂ ਲਾਉਂਦਾ, ਮੈਨੂੰ ਲੱਗਦਾ ਮੈਂ ਦਿੱਲੀ ਘੁੰਮ ਰਿਹਾ ਜਾਂ ਚੰਡੀਗੜ੍ਹ ਘੁੰਮ ਰਿਹਾ। ਇਹ ਕਿੱਡੀ
ਪੰਜਾਬੀਆਂ ਦੀ ਤੋਹੀਨ ਸਾਰੇ ਪੰਜਾਬ 'ਚ ਲੱਗੇ ਮੈਂ ਤੇ ਉਹੀ ਗੱਲ ਕਰ ਰਿਹਾ ਨਾ, ਉਹਦੀ ਐਕਸਟੈਂਸ਼ਨ ਉੱਥੇ ਆ ਓਕੇ ਕਿ ਤੁਸੀਂ ਇੱਕ ਡਿਕਟੇਟਰ ਨੂੰ ਇੱਥੇ ਐਸਟੈਬਲਿਸ਼ ਕਰਨਾ, ਇਹ ਪੰਜਾਬੀ ਦੇ ਫੈਡਰਲਿਜ਼ਮ ਸੰਘੀ ਢਾਂਚੇ ਨੂੰ ਮਜ਼ਬੂਤ ਕਰਦੇ, ਤਰਲੇ ਮਾਰਦੇ ਆ, ਜਾਣੀ ਉਹ ਇੱਕ ਉਮੀਦ ਰੱਖਦੇ ਆ ਕਿ ਅਸੀਂ ਸਾਰੇ ਸੂਬਿਆਂ ਨੂੰ। ਔਰ ਇਹ ਕੇਜਰੀਵਾਲ ਜਿਹਨੇ ਧਾਰਾ 370 ਹਟਾਉਣ ਦੀ ਮਦਦ ਕੀਤੀ, CAA ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਸੀ ਉਹਦੇ 'ਚ ਵੀ ਮਦਦ ਕੀਤੀ ਬੀਜੇਪੀ ਦੀ। ਦਿੱਲੀ ਦੇ ਅੰਦਰ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਮੁਸਲਮਾਨਾਂ ਦੇ ਨਾਲ ਜਿਹੜੇ ਦੰਗੇ ਹੁਣੇ ਹੀ ਹੋ ਕੇ ਹਟੇ ਆ 2 ਸਾਲ ਪਹਿਲਾਂ 2.5, ਉਹਦੇ 'ਚ ਕਿੰਨਾਂ ਨੇ ਜਾ ਕੇ ਉੱਥੇ ਰੋਕਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ, ਨਹੀਂ ਕੀਤੀ। ਇਹੀ ਕਾਰਨ ਆ ਈਵਨ ਕਿਸਾਨਾਂ ਦਾ ਵੀ ਇਦਾਂ ਤਾਂ ਨਹੀਂ ਕਰਿਆ ਤੁਸੀਂ ਵੀ ਆਮ ਆਦਮੀ ਪਾਰਟੀ 'ਚ ਬਹੁਤ ਕੰਮ ਕੀਤਾ 2014 'ਚ, ਤੇ ਤੁਸੀਂ ਨਿਰਾਸ਼ਤਾ 'ਚੋਂ ਇਹ ਗੱਲ ਕਹਿ ਰਹੇ ਜੀ? ਨਹੀਂ ਆਪਣੀ ਨਿਰਾਸ਼ਤਾ ਨਹੀਂ, ਮੇਰੀ ਨਿੱਜੀ ਦੇ ਕੀ ਆ, ਮੈਂ ਕਿਹੜਾ ਕੋਈ ਪੋਲੀਟੀਸ਼ੀਅਨ ਆ। ਮੈਨੂੰ ਨਿੱਜੀ ਦੀ ਨਿਰਾਸ਼ਤਾ ਤਾਂ ਹੋਊਗੀ ਕਿ ਜੇ ਮੈਂ ਪੋਲਿਟਿਕਸ ਦਾ ਅਭਿਲਾਸ਼ੀ ਸੀ, ਟਿਕਟਾਂ ਦੇ ਲੜ ਰਿਹਾ ਸੀ, ਮੈਂ ਫੇਲ ਹੋ ਗਿਆ ਜਾਂ ਇਹਨੇ ਫੇਲ ਮੈਨੂੰ ਕੰਨੋਂ ਫੜ ਕੇ ਬਾਹਰ ਕੱਢ, ਮੈਂ ਤੇ ਅਜੇ ਤੱਕ ਕਦੀ ਫਾਰਮ ਹੀ ਨਹੀਂ ਭਰਿਆ। ਮੈਂਬਰ ਹੀ ਨਹੀਂ ਸੀ? ਨਹੀਂ ਮੈਂਬਰ ਤੇ ਸੀਗੇ, ਤਾਂ ਹੀ ਮੈਂਬਰ ਬਣਾਉਂਦੇ ਕਿੱਥੇ ਸੀ, ਫੋਨ ਮਿਸਡ ਕਾਲ ਨਾਲ ਤੇ ਮੈਂਬਰ ਬਣਦਾ ਸੀ ਇਹਨਾਂ ਦਾ। ਤੁਸੀਂ ਵੀ ਬਣਦੇ ਸਾਰੇ, ਪਤਾ ਹੀ ਨਹੀਂ ਕਿ ਇਹਨੂੰ ਮੈਂਬਰ ਹੈ ਕਿ ਕਿਹੜਾ ਨਹੀਂ। ਸੱਚੀ ਗੱਲ ਤੇ ਮਿਸਡ ਕਾਲ ਨਾ ਕਰੀ ਦੁਨੀਆ 'ਚ। ਮੈਂ ਉਹੀ ਤਾਂ ਕਹਿੰਦਾ ਕਿ ਉਹ ਗੁੱਸਾ ਤਾਂ ਨਹੀਂ ਕੱਢ ਰਹੇ ਤੁਸੀਂ? ਸਰ ਤੁਸੀਂ ਮੈਨੂੰ ਦੱਸੋ, ਗੁੱਸੇ ਦੀ ਨਹੀਂ ਗੱਲ ਇਹ ਹੈਗੀ, ਜੇ ਗਾਂਧੀ ਵਰਗਾ ਬੰਦਾ, ਹੁਣ ਤੁਸੀਂ ਧਰਮਵੀਰ ਗਾਂਧੀ ਨੂੰ ਜਾਣਦੇ, ਉਹ ਕਿਤੇ ਇਹਦਾ ਸ਼ਬਦ ਵੀ ਨਹੀਂ, ਨਾਮ ਨਹੀਂ ਸਵੇਰੇ ਸਵੇਰੇ ਲੈਣਾ ਚਾਹੁੰਦਾ, ਕਿਉਂ ਗੁੱਸੇ 'ਚ ਆ? ਗਾਂਧੀ ਨੇ ਤੇ MP ਬਣਿਆ ਸੀ। ਡਾਕਟਰ ਦਲਜੀਤ ਸਿੰਘ ਚਲੇ ਗਏ ਨੇ ਅੰਮ੍ਰਿਤਸਰ ਵਾਲੇ, ਕਿਆ ਵੀਡੀਓ ਕੱਢੀਆਂ ਸੀ ਉਹਨਾਂ ਨੇ, ਮੈਂ ਉਹ ਵੀਡੀਓ ਜਿਹੜੀਆਂ ਕੱਢੀਆਂ ਸੀ। ਇਹ ਨਹੀਂ ਇਕੱਲੀ ਗੱਲ ਹੈਗੀ, ਗੱਲ ਸਵਾਲ ਅਸੂਲ ਦਾ ਕਿ ਅਸੀਂ ਪੰਜਾਬੀਆਂ ਦੀ ਇਹਨਾਂ ਪੋਲੀਟੀਸ਼ੀਅਨਾਂ ਦਾ ਜਿਨ੍ਹਾਂ ਦਾ ਤੁਸੀਂ ਨਾਂ ਲੈਂਦੇ, ਉਹਨਾਂ ਤੋਂ ਇੰਨੇ ਸਤਾਏ ਹੋਏ ਆ ਕਿ ਅਸੀਂ ਕੀ ਕਿਸੇ ਨੂੰ ਵੀ ਹੋਰ ਫੜ ਕੇ ਇੱਥੇ ਲੈ ਆਓਗੇ? ਇਹ ਗੱਲ ਤੁਹਾਡਾ ਸਵਾਲ ਇਹ ਆ ਗਿਆ ਵੀ ਲੜਨਾ ਚਾਹੀਦਾ ਹੈ। ਹਾਂ ਬਿਲਕੁਲ, ਜਿਹੜੀ ਤਾਕਤ ਹੈ ਵੋਟਾਂ ਦੀ ਤਾਕਤ ਬਣਾਉਣੀ ਚਾਹੀਦੀ ਹੈ, ਪਰ ਇਹੋ ਜਿਹੀ ਸ਼ਕਤੀ ਨਾਲ ਨਹੀਂ ਲੜਨਾ ਚਾਹੀਦਾ ਜਿਹੜੀ ਪਹਿਲਾਂ ਹੀ ਲੱਗੇ ਡਿਕਟੇਟਰ ਹੈ ਤੇ ਉਹਦੇ ਨਾਲ ਫਿਰ ਕਿਤੇ ਕਿਸਾਨੀ ਅੰਦੋਲਨ ਉਹਦੇ ਝੰਡੇ ਥੱਲੇ ਡਿੱਗ ਨਾ ਜਾਵੇ। ਤੁਸੀਂ ਇਹ ਚਾਹੁੰਦੇ ਜੀ? ਬਿਲਕੁਲ ਨਹੀਂ, ਬਿਲਕੁਲ ਡਿੱਗੂਗਾ। ਕਿਉਂ? ਇਸ ਵੇਲੇ ਕੀ ਹਾਲਾਤ ਆ, ਜੇ ਕਿਸਾਨ ਵੀਰ ਸਾਡੇ ਸੁਣਦੇ ਹੋਣ ਜਾਂ ਇਹਨਾਂ ਕੋਲ ਗੱਲ ਇਹ ਪਹੁੰਚਣੀ ਚਾਹੀਦੀ ਤਰਲੋਚਨ ਜੀ, ਇਹ ਡਿਕਟੇਟਿੰਗ ਟਰਮਸ ਵਿੱਚ ਹੈਗੇ ਆ। ਉਹ ਤਾਂ ਹੈ ਹੀ ਨਹੀਂ, ਉਹਦੀ ਕਿੱਥੇ ਪਾਰਟੀ ਹੈ? ਜੇ ਉਹਦੀ ਪਾਰਟੀ ਇੱਥੇ ਦੀ ਮਜ਼ਬੂਤ ਹੋਵੇ ਤੇ ਉਹਨਾਂ ਦੇ ਚਿਹਰੇ ਲੱਗ ਕੇ ਇੱਥੇ ਫਲੈਕਸਾਂ ਨਾ ਹੋਣ। ਚੀਮੇ ਨੂੰ ਇਹਨਾਂ ਨੇ ਆਪ ਦਿੱਲੀੋਂ ਨੋਮੀਨੇਟ ਕੀਤਾ ਹੋਇਆ, ਕੋਈ ਵੀ ਹੋਰ ਹੋ ਸਕਦਾ ਸੀ। ਅੱਜ ਚੀਮਾ ਉਹਦੇ ਤੇ ਛਤਰ ਛਾਇਆ, ਸੁਖਪਾਲ ਕਹਿ ਰਹੇ ਨੂੰ ਟਵਿੱਟਰ ਨਾਲ ਕੱਢਿਆ ਸੀ। ਹਾਂਜੀ ਠੀਕ ਹੈ ਗੱਲ। ਦੂਸਰਾ ਜਿਹੜਾ ਆਪਣਾ ਭਗਵੰਤ ਮਾਨ ਹੈਗਾ, ਉਸ ਤੇ ਉਹਦੇ ਭਰੋਸਾ ਹੀ ਨਹੀਂ ਕਰ ਰਹੇ। ਕਿੰਨੇ ਲੋਕਾਂ ਨੇ ਉਹਦੇ ਘਰ ਜਾ ਕੇ ਪ੍ਰੋਟੈਸਟ ਕੇਜਰੀਵਾਲ ਦੇ ਵਿਰੁੱਧ ਕੀਤੇ ਕਿ ਇਹਦਾ ਚਿਹਰਾ ਅਨਾਉਂਸ ਨਹੀਂ ਹੋਇਆ। ਕੋਈ ਇਦਾਂ ਦੀ ਚਰਚਾ ਚੱਲਦੀ ਸੀ ਵੀ ਉਹ ਸ਼ਾਇਦ ਬਲਬੀਰ ਰਾਜੇਵਾਲ ਹੋਣਾ ਦੀ ਉਡੀਕ ਕਰ ਰਹੇ ਸੀ, ਤਾਂ ਨਹੀਂ ਭਗਵੰਤ ਮਾਨ ਨੂੰ ਅਨਾਉਂਸ ਕਰਦੇ। ਦੇਖੋ ਇਹ ਅੰਦਰਲੀਆਂ ਗੱਲਾਂ ਦਾ ਤੇ ਆਪਾਂ ਨਹੀਂ ਕੁਝ ਕਹਿ ਸਕਦੇ, ਜਿਹੜੀਆਂ ਬਾਹਰਲੀਆਂ ਗੱਲਾਂ ਤੇ ਉਹਨਾਂ ਨੇ ਰਾਜੇਵਾਲ ਸਾਹਿਬ ਨੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਸਾਫ਼ ਕਿਹਾ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੈਗੀ। ਤੇ ਮੇਰਾ ਖਿਆਲ ਹੈ ਕਿ ਸਾਨੂੰ ਉਹਦੇ ਤੇ ਜ਼ਿਆਦਾ ਭਰੋਸਾ ਕਰਨਾ ਚਾਹੀਦਾ। ਬਾਕੀ ਦਿਲੋਂ ਦਿਲ ਕੋਈ ਤਵੱਕੋ ਹੋਵੇ, ਉਮੀਦ ਹੋਵੇ, ਉਹ ਦੇਖੋ ਆਦਮੀਆਂ ਦੀ ਕਮਜ਼ੋਰੀ ਸੱਤਾ ਤੇ ਹੁੰਦੀ ਹੈਗੀ। ਪਰ ਮੈਂ ਇੱਕ ਗੱਲ ਇੱਥੇ ਮੈਨੂੰ ਜਿਹੜੀ ਖਿਆਲ ਆਉਂਦੀ ਹੈ, ਦੇਖੋ ਸਿੱਖਾਂ ਨੂੰ ਤਲਵਾਰ ਰੱਖਣ ਦਾ ਹੁਕਮ ਹੈਗਾ, ਠੀਕ ਹੈ ਨਾ, ਉਹਨਾਂ ਦੀ ਸ਼ਾਨ ਵੀ ਹੈ। ਕਾਹਦੇ ਲਈ ਹੈ? ਚੋਰੀਆਂ ਡਾਕੇ ਕਰਨ ਲਈ, ਇਨਸਾਫ ਲਈ। ਸੱਤਾ ਇੱਕ ਤਲਵਾਰ ਆ ਤੁਹਾਡੇ ਕੋਲ। ਤਰਲੋਚਨ ਜੀ, ਉਹ ਕਿਸ ਪਰਪਸ ਲਈ, ਕਿਸ ਮਕਸਦ ਲਈ ਵਰਤਣਾ? ਤੁਸੀਂ ਲੋਕਾਂ ਦੇ ਹੱਕ ਹਕੂਕ ਪ੍ਰੋਟੈਕਟ ਕਰਨ ਲਈ ਉਸ ਸੱਤਾ ਨੂੰ ਵਰਤਣਾ ਜਾਂ ਆਪਣੇ ਘਰ ਭਰਨ ਲਈ ਵਰਤਣਾ? ਇਹ ਦੋ ਗੱਲਾਂ ਬਿਲਕੁਲ ਅਲੱਗ ਆ। ਇਸ ਵੇਲੇ ਹੋ ਇਹ ਗਿਆ ਕਿ ਜਿਨ੍ਹਾਂ ਨੂੰ ਸੱਤਾ ਅਸੀਂ ਬਖਸ਼ਦੇ ਹਾਂ, ਜਿਨ੍ਹਾਂ ਨੂੰ ਉਹ ਸੱਤਾ ਦੀ ਤਲਵਾਰ ਫੜਾਉਂਦੇ ਆ, ਉਹ ਲੋਕਾਂ ਨੂੰ, ਆਮ ਲੋਕਾਂ ਦਾ ਕਤਲੇਆਮ ਕਰਕੇ ਖੂਨ ਚੂਸ ਕੇ ਆਪਣੇ ਘਰ ਭਰ ਰਹੇ ਆ। ਇਹੀ ਪਰਪਸ ਹੁੰਦਾ। ਆਮ ਆਦਮੀ ਪਾਰਟੀ ਤੋਂ ਅੱਗੇ ਜਾਣ ਤੋਂ ਪਹਿਲਾਂ ਇੱਕ ਵਾਰੀ ਆਮ ਆਦਮੀ ਪਾਰਟੀ ਦੀ ਇੱਕ ਹੋਰ ਗੱਲ ਕਲੀਅਰ ਕਰ ਲਈਏ। ਤੁਹਾਨੂੰ ਲੱਗਦਾ ਨਹੀਂ ਵੀ ਸਿਧਾਂਤਕ ਤੌਰ ਤੇ ਵੀ, ਤਕਨੀਕੀ ਤੌਰ ਤੇ ਵੀ ਬੜੀ ਮੁਸ਼ਕਿਲ ਆਊਗੀ ਜੇ ਇਹ ਜਿਹੜਾ ਬਣਿਆ ਆ ਸੰਯੁਕਤ ਸਮਾਜ ਮੋਰਚਾ ਆਪ ਨਾਲ ਕਰੂਗਾ ਗੱਠਜੋੜ SVL ਦੇ ਮੁੱਦੇ ਤੇ, ਚੰਡੀਗੜ੍ਹ ਦੇ ਮੁੱਦੇ ਤੇ, ਕੁਛ ਇੱਦਾਂ ਦੇ ਮੁੱਦੇ ਨੇ ਜਿਹਦੇ ਤੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਸਪਸ਼ਟ ਸਟੈਂਡ ਲੈ ਨਹੀਂ ਸਕਦੀ, ਕਿਉਂਕਿ ਉਹਨਾਂ ਨੇ ਹਰਿਆਣੇ 'ਚ ਵੀ ਇਲੈਕਸ਼ਨ ਲੜਨੀ ਹੈ। ਸੋ ਇੱਦਾਂ ਦੀਆਂ ਮੁਸ਼ਕਿਲਾਂ ਵੀ ਆਉਣਗੀਆਂ। ਦੇਖੋ ਇਹ ਮਿਸਕਨਸੈਪਸ਼ਨ ਹੋਊਗੀ ਉਹਨਾਂ ਦੀ ਕਿ ਜੇ ਉਹਨਾਂ ਦੇ ਸਹਾਰੇ ਇਹ ਸੱਤਾ 'ਚ ਆ ਜਾਣਗੇ, ਇਹਨਾਂ ਦੇ ਸਹਾਰੇ ਉਹ ਤੇ ਆਪਣੀਆਂ ਸੀਟਾਂ ਵਧਾ ਜੂਗਾ ਜਿੱਥੇ ਜਿੱਥੇ ਇਹਨਾਂ ਦਾ ਸਮਝੌਤਾ ਹੋਊ, ਪਰ ਇਹਨਾਂ ਨੂੰ ਡੋਬ ਦਊਗਾ ਸਦਾ ਲਈ। ਇਹ ਜਿਹੜੇ ਜੇ ਇਹਨਾਂ ਦੀ ਤਵੱਕੋ, ਇਹ ਤੁਹਾਡਾ ਤਜਰਬਾ ਹੈ? ਮੈਂ ਨਹੀਂ, ਤਜਰਬਾ ਨਹੀਂ, ਤੁਸੀਂ ਕੈਲਕੂਲੇਟ ਕਰਕੇ ਦੇਖ ਲਓ। ਪਹਿਲਾਂ
ਅੱਜ ਦੀ ਤਰੀਕ 'ਚ ਕੀ ਆ, ਪਹਿਲਾਂ ਹੀ ਮੁੱਖ ਯੂਨੀਅਨਾਂ ਕੁਛ ਬਾਹਰ ਹੈਗੀਆਂ, ਜਿਹੜੀਆਂ 22 ਅੰਦਰ ਹੈਗੀਆਂ, ਜੇ ਇੰਜ ਰਹਿਣਗੇ ਤੇ 3 ਇਹਨਾਂ ਨੂੰ ਹੋਰ ਸਪੋਰਟ ਕਰ ਦੇਣਗੀਆਂ। ਔਰ ਜਿਹੜੀਆਂ ਹੋਰ ਅਗਰਾਹਾਂ ਜਾਂ ਉਹਨਾਂ ਦੀਆਂ ਯੂਨੀਅਨਾਂ ਜਿਹੜੀਆਂ ਬਿਲਕੁਲ ਚੋਣਾਂ 'ਚ ਕਦੀ ਵੀ ਹਿੱਸਾ ਨਹੀਂ ਲੈਂਦੀਆਂ ਆਪਣੇ ਸਿਧਾਂਤਕ ਤੌਰ ਤੇ, ਉਹਨਾਂ ਦੇ ਕਿਸਾਨ ਵੀ ਇਹਨਾਂ ਨੂੰ ਵੋਟਾਂ ਪਾਉਣਗੇ। ਇਹ ਤੇ ਨਿਕਲਣਗੇ ਚੌੜੇ ਹੋ ਕੇ, ਤਕੜੇ ਹੋ ਕੇ। ਠੀਕ ਹੈ। ਜਿਉਂ ਹੀ ਉਹਨਾਂ ਨੂੰ ਪਤਾ ਲੱਗਦਾ ਵੀ ਆਹ ਚਲੇ ਗਏ ਦਿੱਲੀ ਵਾਲਿਆਂ ਦੇ ਨਾਲ, ਤੇ ਜਿਹੜੇ ਆਪਣੇ ਹੀ ਕੇਜਰੀਵਾਲ ਇੱਕ 1 ਮੈਨ ਫੋਰਸ ਹੈਗੀ ਆ, ਆਰਮੀ ਹੈਗੀ ਆ, ਤੇ ਉਹਦੇ ਨਾਲ ਰਲ ਗਏ ਆ। ਪਹਿਲਾਂ ਤੇ ਇਹੀ ਨਹੀਂ 22 ਇਕੱਠੇ ਰਹਿਣਗੇ। ਮੈਂ ਅੱਜ ਕਹਿੰਦਾ, ਤੁਹਾਡੇ ਟੀਵੀ 'ਚ ਕਹਿੰਦਾ ਆ, ਉਹ ਵਾਕਆਊਟ ਕਰਨਗੇ ਅੱਧੇ ਬੰਦੇ। ਇੱਕ ਹੋਰ ਗੱਲ ਕਹਿਣੀ ਚਾਹੁੰਦਾ, ਇਹਦੇ ਨਾਲ ਦੀ ਨਾਲ ਜੇ ਕਿਤੇ ਗੱਠਜੋੜ ਹੁੰਦਾ, 58 ਟਿਕਟਾਂ ਕੇਜਰੀਵਾਲ ਸਾਹਿਬ ਨੇ ਅਨਾਉਂਸ ਕਰਤੀਆਂ, 59 ਰਹਿੰਦੀਆਂ ਨੇ ਪ੍ਰੈਸ ਸਾਹਿਬ, 59 ਦੇ ਵਿੱਚ ਤਕਰੀਬਨ ਉਹਨਾਂ ਨੇ ਆਪਣੇ ਹਲਕਾ ਇੰਚਾਰਜ ਲਾਤੇ, ਜਿਨ੍ਹਾਂ ਨੂੰ ਕੇਜਰੀਵਾਲ ਸਾਹਿਬ ਟਿਕਟਾਂ ਕੱਟ ਕੇ ਇਹ ਮੋਰਚੇ ਨੂੰ ਦੇ ਦੇਣਗੇ, ਜਾਂ ਜਿਹੜੀਆਂ ਪਹਿਲੋਂ 58 ਐਲਾਨ ਵੀ ਕੀਤੀਆਂ ਨੇ, ਜਦੋਂ ਗੱਠਜੋੜ ਹੋਊਗਾ ਉੱਥੇ ਵੀ ਆਊ ਨਾ, ਰਾਜੇਵਾਲ ਸਾਹਿਬ, ਕਾਦੀਆਂ ਸਾਹਿਬ, ਕੁਲਵੰਤ ਸੰਧੂ ਹੋਣੀ, ਹੋਰ ਲੀਡਰ ਕਹਿਣਗੇ, ਜਾਂ ਮਨਜੀਤ ਰਾਏ ਵੀ ਇਹ ਤੇ ਸਾਡਾ ਇੱਥੇ ਹੋਲਡ ਜ਼ਿਆਦਾ, ਕੁਛ ਕੱਟੀਆਂ ਜਾਣਗੀਆਂ। ਲੱਗਦਾ ਨਹੀਂ ਇਹਦੇ ਨਾਲ ਉਲਟਾ ਆਮ ਆਦਮੀ ਪਾਰਟੀ ਵਿੱਚ ਵੀ ਬਗਾਵਤ ਆਊਗੀ? ਨਹੀਂ, ਉਹ ਤੇ ਆਊਗੀ। ਤੁਸੀਂ ਦੂਜੇ ਢੰਗ ਨਾਲ ਵੀ ਸੋਚੋ, ਕਿਸਾਨ ਮੋਰਚੇ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਬੰਦੇ ਸੀਗੇ, ਸਾਰੀਆਂ ਪਾਰਟੀਆਂ ਦੇ ਬੰਦੇ, ਉਹ ਤੇ ਕਿਸਾਨ ਸੀਗੇ ਨਾ, ਉਹ 'ਚ ਅਕਾਲੀ ਵੀ ਸੀ, ਕਾਂਗਰਸੀ ਵੀ ਸੀ, ਆਪ ਦੇ ਸਗੋਂ ਸਭ ਨੂੰ ਘੱਟ ਹੋਣਗੇ, ਕਿਉਂਕਿ ਉਹ ਕਿਸਾਨਾਂ ਦਾ ਉਸ ਕਿਸਮ ਦੇ ਕਿਉਂਕਿ ਪਾਰਟੀ ਨਹੀਂ ਹੈਗੀ ਅਜੇ, ਤੇ ਪਾਰਟੀ ਨੂੰ ਤੇ ਹਵਾ ਆ। ਠੀਕ ਕਹਿ ਰਹੇ ਤੁਸੀਂ। ਇਸ ਕਰਕੇ ਜਿਹੜੇ ਕੋਈ ਕਮਿਟਡ ਕਾਡਰ ਸਾਰਿਆਂ ਦੇ, ਕਮਿਊਨਿਸਟਾਂ ਦੇ ਬਹੁਤ ਸੀਗੇ। ਹੁਣ ਜਦੋਂ ਇਹ ਆਮ ਨਾਲ ਰਲਣਗੇ, ਆਪ ਨਾਲ ਰਲਣਗੇ, ਹਵਾ ਪਾਰਟੀ ਨਾਲ, ਹਵਾਬਾਜੀ ਵਾਲੀ ਨਾਲ, ਤਾਂ ਬਾਕੀ ਜਿਹੜੇ ਅਕਾਲੀਆਂ ਨੂੰ, ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਉਣੀਆਂ ਮੋਰਚੇ ਨੂੰ, ਉਧਰੋਂ ਤੁਸੀਂ ਇਦਾਂ ਦੇ ਸ਼ਬਦ ਵਰਤੇ ਨੇ ਨਾ, ਹਵਾਬਾਜੀ, ਮੈਨੂੰ ਫਿਰ ਲੱਗਦਾ ਕਿਤੇ ਪੁਰਾਣਾ ਗੁੱਸਾ ਨਿਕਲ ਰਿਹਾ। ਨਹੀਂ ਠੀਕ ਹੈ ਗੱਲ ਤੁਹਾਡੀ, ਚਲੋ ਮੀਡੀਆ ਵਾਲੇ ਤੁਸੀਂ ਮੋਡਰੇਟ ਕਰਦੇ ਆ, ਪਰ ਇਹ ਹਵਾ ਬਣਾ ਕੇ ਲੜਦੇ ਆ। 50 ਕਰੋੜ ਦਾ ਔਸਤਨ ਹਰ ਮਹੀਨੇ ਦਾ ਖਰਚਾ ਐਡਵਰਟਾਈਜ਼ਮੈਂਟ ਦਾ, ਔਰ ਆਪ ਆਪਣੇ ਆਪ ਨੂੰ ਐਡਵਰਟਾਈਜ਼ ਕਰਦਾ ਆ, ਸਰਕਾਰੀ ਪੈਸਾ ਆ। ਵੱਡਾ ਸਵਾਲ ਹੈ ਇਹ ਨਹੀਂ, ਬਿਲਕੁਲ ਮਾੜੀ ਗੱਲ ਹੈ, ਮੈਂ ਤੇ ਇਹ ਗੱਲ ਕਹਿ ਰਿਹਾ। ਇਸ ਲਈ ਇਹ ਜਦੋਂ ਮੈਂ ਜਿਹੜੀ ਕਰਨੀ ਚਾਹੁੰਦਾ ਕਿ ਜੇ ਇਹ ਆਪ ਪਲੇਟਫਾਰਮ ਤੇ ਖੜੇ ਹੋਣਗੇ, ਇਹਨਾਂ ਵੱਲ ਟੁੱਟ ਕੇ ਕਾਂਗਰਸੀ ਵੀ ਆਉਣਗੇ, ਜਿਹੜੇ ਥੋੜੇ ਵੇਵਰਿੰਗ ਹੈ, ਪੱਕਾ ਕਾਡਰ ਨਾ ਆਵੇ, ਜਿਹੜੇ ਥੋੜੇ ਵੇਵਰਿੰਗ ਡਿਸਐਨਚੈਂਟਡ ਅਕਾਲੀਆਂ ਤੋਂ, ਉਹ ਵੀ ਇਹਨਾਂ ਨੂੰ ਵੋਟ ਪਾ ਦੇਣੇ, ਕਹਿਣਗੇ ਯਾਰ ਸਾਡੀ ਘਰ ਦੀ ਪਾਰਟੀ ਬਣੀ ਹੈ, ਟਿਕਟਾਂ ਨਹੀਂ ਮਿਲਣੀਆਂ, ਉਹਨਾਂ ਨੇ ਰਾਹ ਲੱਭਣਾ ਹੀ ਹੈ। ਹਾਂ, ਉਹਨਾਂ ਨੇ ਰਾਹ ਲੱਭਣਾ ਵੀ ਇਹ ਸਾਡੀ ਘਰ ਦੀ ਪਾਰਟੀ ਹੈ। ਜੇ ਹੋਰ ਇਸੇ ਤਰੀਕੇ ਨਾਲ ਆਪ ਵਾਲਿਆਂ ਨੂੰ ਤੇ ਸਭ ਤੋਂ ਵੱਧ ਇਹਨਾਂ ਵੱਲ ਆ ਜਾਣਗੇ। ਜੇ ਇਹ ਆਪ ਵੱਲ ਜਾਂਦੇ ਹੈਗੇ ਆ, ਤਾਂ ਬਾਕੀ ਜਿਹੜੀਆਂ ਧਿਰਾਂ ਨੇ ਲੈਫਟ ਬਾਹਰ ਜਾਣਗੇ ਸਾਰੇ, ਇਹ ਮੋਰਚੇ ਜੋ ਬਾਈਆਂ ਜੋ ਬਾਹਰ ਚਲੇ ਜਾਣਗੇ ਪਹਿਲਾਂ। ਇਹ ਫਿਰ ਇੰਨੀ 5-7 ਜਿਹੜਾ ਹੁੰਦਾ ਠੁੰਠੁਣਾ ਜਿਹਾ ਰਹਿ ਜਾਊਗਾ, ਬਾਕੀ ਸਾੜਥੜੀ ਜੜ ਜਿਹੜੀ ਹੈ। ਗੱਲ ਮੁੱਕਦੀ ਇਹ ਹੈ ਵੀ ਜੇ ਆਪ ਨੂੰ ਸਾਈਡ ਤੇ ਕਰਕੇ 117 ਸੀਟਾਂ ਦੇ ਲੜਨ ਦੇ ਤੁਹਾਡਾ ਭਾਵ ਇਹ ਵੀ ਉਹਦੇ ਨਾਲ ਆਪਣਾ ਮਿਸ਼ਨ ਜਿਹੜਾ ਇਲੈਕਸ਼ਨ ਲੜਨ ਦਾ ਇਹਨਾਂ ਦਾ ਉਹ 'ਚ ਕਿਤੇ ਸਕਸੈਸ ਹੋ ਸਕਦੇ, ਕਈ ਉਹਦੇ ਫਾਇਦੇ ਹੋਣਗੇ। ਇੱਕ, ਜਿਹੜੇ ਸਾਰੇ ਸਾਨੂੰ ਪੁੱਛਦੇ ਆ ਵੀ ਅਸੀਂ ਵੋਟ ਕਿੱਥੇ ਪਾਈਏ, ਉਹਨਾਂ ਨੂੰ ਕਹਿਣਗੇ ਇੱਥੇ ਪਾ ਲਓ, ਹੈ ਨਾ। ਦੂਜੀ ਗੱਲ, ਜਦੋਂ ਇਹ ਖੜੇ ਰਹਿਣਗੇ ਆਪਣੇ ਪਲੇਟਫਾਰਮ ਤੇ, ਤੇ ਜਿਹੜੇ ਬਾਹਰ ਬੈਠੇ ਕਹਿੰਦੇ ਚੋਣਾਂ ਨਹੀਂ ਲੜਨੀਆਂ, ਉਹ ਵੀ ਇਹਨਾਂ ਨਾਲ ਜੋੜਨਗੇ। ਬਾਹਰ ਤੁਹਾਡਾ ਮਤਲਬ ਫੂਲ ਸਾਹਿਬ ਦੀ ਪਾਰਟੀ, ਡਾਕਟਰ ਦਰਸ਼ਨਪਾਲ ਦੀ ਬਿਲਕੁਲ ਅਗਰਾਹਾਂ ਦੀ ਪਾਉਣਗੇ, ਸੰਧੂ ਹੋਣਾ ਦੀ ਪਾਰਟੀ, ਬਿਲਕੁਲ ਸਾਰੇ ਜਾਣਗੇ ਕਿੱਥੇ। ਬਿਲਕੁਲ ਨਹੀਂ, ਉਹ ਆਪਣੇ ਲੀਡਰਾਂ ਨੂੰ ਕਹਿਣਗੇ ਨਹੀਂ ਯਾਰ ਐਤਕੀ ਤੇ ਪਾ ਲੈਣ ਦਿਓ, ਅਸੀਂ ਇਕੱਠੇ ਰਹੇ, ਕਿਸਾਨ ਭਰਾ ਇਕੱਠੇ ਰਹੇ ਹਾਂ, ਇੰਨਾ ਚਿਰ ਉੱਥੇ ਲੜੇ ਹਾਂ, ਕਿਵੇਂ ਉਹ ਦੋਸਤੀਆਂ ਤੇ ਪਿਆਰ ਜਿਹੜਾ ਸਾਡਾ ਬਣਿਆ ਜਾ ਸਕਦਾ। ਤੀਜੀ ਗੱਲ ਕਿ ਇਹ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਵੀ ਇੱਕ ਆਪਣਾ ਆਧਾਰ ਨੂੰ ਵਧਾਉਣਗੇ। ਇਹਨਾਂ ਨੂੰ ਲੌਂਗ ਰਨ ਦੇ ਵਿੱਚ ਵੀ ਐਜ਼ ਕਿਸਾਨ ਵੀ ਫਾਇਦਾ ਹੋਊ। ਪਰ ਜੇ ਇਹ ਆਪਣੇ ਆਪ ਨੂੰ ਕਿਸਾਨ ਉਸੇ ਤਰੀਕੇ ਨਾਲ, ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਸੀ, ਸੰਯੁਕਤ ਸਮਾਜ ਮੋਰਚੇ ਦੇ ਤੌਰ ਤੇ, ਪਾਰਟੀ ਦੇ ਤੌਰ ਤੇ ਨਹੀਂ, ਪਾਰਟੀ ਦਾ ਮਤਲਬ ਸੱਤਾ ਦਿਓ ਤੇ ਮੈਂ ਲੁੱਟਾਂ, ਮੋਰਚੇ ਦੇ ਤੌਰ ਤੇ ਅਸੀਂ ਲੋਕਾਂ ਦੇ ਹਿੱਤ ਦਾ ਇੱਕ ਮੋਰਚਾ ਹੈਗਾ, ਅਸੀਂ ਉਸ ਦੇ ਉੱਤੇ ਪਹਿਰੇਦਾਰ ਹਾਂ। ਅਸੀਂ ਜਿੱਥੇ ਅਸੀਂ ਬਾਰਡਰਾਂ ਦੇ ਉੱਤੇ ਦਿੱਲੀ ਦੇ ਤੇ ਬੈਠ ਕੇ ਤੁਹਾਡੇ ਕਿਸਾਨ ਮੁੱਦਿਆਂ ਦੇ ਉੱਤੇ ਪਹਿਰੇਦਾਰ ਸੀ, ਉਸੇ ਤਰ੍ਹਾਂ ਅਸੀਂ ਅਸੈਂਬਲੀ ਦੇ ਬਾਹਰ ਜਾਂ ਅੰਦਰ ਉਸੇ ਤਰੀਕੇ ਨਾਲ ਵੱਡੇ ਪਹਿਰੇਦਾਰ ਹੋਵਾਂਗੇ। ਉਸ ਰੂਪ ਦੇ ਵਿੱਚ ਜਾਣਗੇ ਤਾਂ ਇਹਨਾਂ ਨੂੰ ਕੋਈ ਮੋਰਲ, ਨੈਤਿਕ ਧਰਮ ਸੰਕਟ ਨਹੀਂ ਹੋਊਗਾ। ਲੋਕ ਵੋਟ ਪਾ ਦੇਣਗੇ, ਨਹੀਂ ਲੋਕ ਵੋਟ ਪਾ ਦੇਣਗੇ, ਵਾਵਾ ਪਲੀ ਨਹੀਂ ਪਾਉਣਗੇ ਤੇ ਤਾਂ ਕੀ ਹੈ, ਤਾਂ ਕੀ ਅਸੀਂ ਤੁਹਾਨੂੰ ਇੱਕ ਜਗ੍ਹਾ ਦੇਤੀ ਸੀ, ਅਸੀਂ ਉਨੇ ਹੀ ਉਹਦੇ ਨਾਲੋਂ ਵੀ ਜ਼ਿਆਦਾ ਕਮਿਟਡ ਹੈਗੇ ਆ ਆਪਣੇ ਸੰਯੁਕਤ ਕਿਸਾਨ ਮੋਰਚੇ ਨੂੰ। ਕੋਈ ਕਲੈਸ਼ ਨਹੀਂ ਨਾ ਹੁੰਦਾ। ਜਿਉਂ ਹੀ ਤੁਸੀਂ ਪਾਰਟੀ ਨਾਲ ਕਿਸੇ ਨਾਲ ਕਰੋਗੇ, ਫਿਰ ਤੁਹਾਡਾ ਬਾਕੀ ਸਾਰਿਆਂ ਨਾਲ ਕਲੈਸ਼ ਆ ਜਾਊ। ਇੱਕ ਗੱਲ ਬੜੀ ਮੈਨੂੰ ਬਹੁਤ ਖੂਬਸੂਰਤ ਲੱਗਦੀ ਹੈ ਕਿਸਾਨ ਅੰਦੋਲਨ 'ਚ ਜਿਹੜੀ ਨਿਕਲੀ ਹੈ, ਵੀ ਜਿਹੜੀ ਲੈਫਟ ਧਿਰ ਸੀ, ਖੱਬੀ ਧਿਰ ਸੀ,
ਉਹ ਹਮੇਸ਼ਾ ਸਿੱਖ ਕਲਚਰ ਤੋਂ, ਗੁਰਦੁਆਰਾ ਕਲਚਰ ਤੋਂ, ਲੰਗਰ ਪ੍ਰਥਾ ਤੋਂ ਦੂਰ ਰਹੀ ਹੈ। ਉਹਨੇ ਕਿਸਾਨੀ ਅੰਦੋਲਨ ਨੂੰ ਬਹੁਤ ਵੱਡਾ ਬਲ ਦਿੱਤਾ, ਇੱਕ ਸਾਂਝੀਵਾਲਤਾ ਦਾ ਸਵਾਲ ਜਿਹੜਾ ਖੜਾ ਕਰਤਾ, ਮਜ਼ੇ ਵਾਲੀ ਗੱਲ ਹੈ। ਪਰ ਵੱਡੀ ਗੱਲ ਇਹ ਹੈ ਵੀ 22 ਜਥੇਬੰਦੀਆਂ ਨੇ ਸਰਬਸੰਮਤੀ ਨਾਲ, ਜਿੰਨਾ ਕੁ ਮੈਂ ਪੜ੍ਹਿਆ ਸੁਣਿਆ, ਢਿੱਡੋਂ ਬਲਬੀਰ ਸਿੰਘ ਰਾਜੇਵਾਲ ਹੋਣਾ ਨੂੰ ਆਪਣਾ ਲੀਡਰ ਚੁਣ ਲਿਆ। ਲੀਡਰ ਦਾ ਅਰਥ ਇਹ ਹੈ ਵੀ ਜੇ ਸਰਕਾਰ ਬਣੀ, ਮੁੱਖ ਮੰਤਰੀ ਚੁਣ ਲਿਆ। ਬਲਬੀਰ ਰਾਜੇਵਾਲ ਹੋਣੀ ਅੰਮ੍ਰਿਤਧਾਰੀ ਸਿੱਖ ਨੇ, ਇਹਨੂੰ ਕਿਵੇਂ ਦੇਖਦੇ ਜੇ? ਮੈਂ ਤੁਹਾਨੂੰ ਕਹਾਂ ਇੰਨੀਆਂ ਤਬਦੀਲੀਆਂ ਆ ਰਹੀਆਂ। ਹਾਂ, ਤੁਸੀਂ ਕਦੀ ਕਾਮਰੇਡਾਂ ਨੂੰ ਖੁੱਲ੍ਹ ਕੇ ਉਸ ਤਰੀਕੇ ਨਾਲ ਬੋਲੇ, ਸੌ ਨਿਹਾਲ ਦੇ ਨਾਅਰੇ ਲਾਉਂਦੇ, ਜਿਹੜੇ ਗੁੰਜਾਉਂਦੇ, ਜਿਹੜੇ ਨਹੀਂ ਦੇਖੇ, ਉੱਥੇ ਹੋ ਰਹੇ ਸੀ ਪਾਠ ਵੀ ਹੋ ਰਹੇ ਸੀ। ਨਹੀਂ ਰੋਜ਼ ਸਵੇਰੇ ਪਾਠ ਹੁੰਦਾ, ਸ਼ਾਮ ਨੂੰ ਪਾਠ ਹੁੰਦਾ ਸੀ, ਸਾਰੇ ਕੁਝ ਚੱਲ। ਮੁਸਲਮਾਨ ਜਿਹੜੇ ਆਪਣੇ ਮਲੇਰਕੋਟਲੇ ਦੇ ਆ, ਕਿੰਨਾ ਜਰਦਾ ਵਰਤਾਇਆ ਉਹਨਾਂ ਨੇ। ਮੈਂ ਦੇਖਦਾ ਬੜੇ ਬੜੇ ਦੇਗੇ ਚਾੜੇ ਹੁੰਦੇ ਸੀਗੇ। ਜਿਹੜੀ ਕੱਲ ਤੁਸੀਂ ਬੈਨਰ ਪਿੱਛੇ ਦੇਖੋ, ਕਦੀ ਇਮੈਜਿਨ ਕਰ ਸਕਦੇ ਕਿ ਕੋਈ ਉਰਦੂ 'ਚ ਲਿਖੂਗਾ? ਕਿਆ ਕਮਾਲ ਹੋ ਰਿਹਾ ਹੈ ਧਰਤੀ ਦੇ ਉੱਤੇ। ਇਸ ਕਮਾਲ ਨੂੰ ਖੁਦ ਸਾਡੇ ਕਿਸਾਨ ਵੀਰ ਸਮਝਣ, ਔਰ ਤੁਹਾਡੀ ਜੈ ਜੈਕਾਰ ਆ, ਲੋਕਾਂ 'ਚ ਸਤਿਕਾਰ ਆ, ਉਹ ਪਿਆਰ ਆ। ਠੀਕ ਹੈ, ਤੁਸੀਂ ਇੱਕ ਬੜੇ ਰਿਸਕੀ ਜ਼ੋਨ, ਇਹ ਪੋਲਿਟਿਕਸ ਬੜਾ ਰਿਸਕੀ ਜ਼ੋਨ ਵੀ ਹੁੰਦਾ, ਬਿਲਕੁਲ ਬਹੁਤ। ਉਹਦੇ 'ਚ ਪੈਟਰੋਲ ਵਾਂਗੂ ਅੱਗ ਭਬੂਕਾ ਮਿੰਟ 'ਚੋਂ ਦੀ ਚੀਜ਼ ਸਾੜੀ ਜਲ ਸਕਦੀ ਹੈ। ਤੁਸੀਂ ਆਏ ਆ, ਕੋਈ ਗੱਲ ਨਹੀਂ, ਆਏ ਆ, ਪਰ ਹੁਣ ਇੰਨੀ ਕੁ ਹਿੰਮਤ, ਹੋਰ ਜੁਰਤ ਤੇ ਹਿੰਮਤ ਤੇ ਸਮਝ ਦਿਖਾਇਓ ਤੇ ਵਿਜ਼ਨ ਵੀ ਦਿਖਾਇਓ ਪੋਲਿਟਿਕਸ ਦਾ, ਕਿ ਇੱਧਰ ਉੱਧਰ ਵੇਵਰ ਨਾ ਕਰਿਓ। ਲੱਗੇ ਰਹੋਗੇ, ਲੋਕ ਤੁਹਾਡੇ ਨਾਲ ਕੁੱਲ ਖੜੇ ਰਹਿਣਗੇ। ਜੇ ਤੁਸੀਂ ਫਿਰ ਕੁਝ ਲਾਲਚ 'ਚ ਆ ਗਏ ਕਿ ਨਹੀਂ ਯਾਰ, ਜੇ ਚੀਫ ਮਿਨਿਸਟਰ ਬਣਨਾ ਜਾਂ ਕੋਈ MLA ਬਣਨਾ ਜਾਂ MP, ਕੋਈ ਵੀ ਕਿਸੇ ਵੀ ਕਿਸਮ ਦਾ ਜੇ ਬਣਨਾ, ਤਾਂ ਫਿਰ ਸਮਝੌਤੇ ਤੋਂ ਬਗੈਰ ਤੇ ਨਹੀਂ ਗੱਲ। ਤੇ ਸਮਝੌਤਾ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ, ਨਾ ਮੂਵਮੈਂਟਾਂ ਦੇ ਲੋਕ ਸਮਝੌਤੇ ਪਸੰਦ ਕਰਦੇ। ਤੁਸੀਂ ਇੱਕ ਪੱਖ ਤੇ ਬੜਾ ਸਪਸ਼ਟ ਕਰਤਾ, ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਵੀ ਇਲੈਕਸ਼ਨ ਲੜ ਰਹੇ ਨੇ, ਜੇ ਕਿਸੇ ਨਾਲ ਸਿਆਸੀ ਗੱਠਜੋੜ ਨਾ ਕਰਨ। ਹੁਣ ਇਹ ਦੱਸੋ, ਜਿਹੜਾ ਇਹਦਾ ਵਿਰੋਧ ਕਰ ਰਿਹਾ ਇਲੈਕਸ਼ਨ ਲੜਨ ਦਾ, ਡੱਲੇਵਾਲ ਸਾਹਿਬ, ਡਾਕਟਰ ਦਰਸ਼ਨਪਾਲ ਜੀ, ਫੂਲ ਸਾਹਿਬ, ਇਸੇ ਤਰ੍ਹਾਂ ਹਰਦੇਵ ਸੰਧੂ ਹੋਣੀ, ਹੋਰ ਨੇ 5-6 ਜਥੇਬੰਦੀਆਂ, ਤੇ ਨਾਲ ਹੀ ਜੋਗਿੰਦਰ ਸਿੰਘ ਉਗਰਾਹਾਂ ਹੋਣੀ, ਫਿਰ ਇਹਦਾ ਮਤਲਬ ਉਹ ਗਲਤ ਨੇ? ਨਹੀਂ ਦੇਖੋ, ਮੈਂ ਅਗਰਾਹਾਂ ਹੋਣਾ ਦੀ ਨਹੀਂ, ਫਿਰ ਦੋਨਾਂ ਚੋਂ ਇੱਕ ਤੇ ਗਲਤ ਹੋਇਆ ਨਾ। ਸੁਣੋ ਭਈ, ਨਹੀਂ ਗਲਤ ਨਹੀਂ ਹੈਗਾ, ਇਸ ਤਰ੍ਹਾਂ ਨਹੀਂ ਹੁੰਦਾ, ਇਧਰ ਔਰ ਨਹੀਂ ਹੁੰਦਾ। ਹਾਂ, ਇਸ ਤਰ੍ਹਾਂ ਕਿ ਇਹ ਸੰਘਰਸ਼ ਦੇ ਅੰਦਰ ਇਹ ਵੀ ਅਚੀਵਮੈਂਟ ਹੈ। ਜਿਵੇਂ ਤੁਸੀਂ ਬਾਕੀ ਗੱਲਾਂ ਦੀ ਅਚੀਵਮੈਂਟ ਕਹੀ ਨਾ, ਕਿ ਗਾਤਰੇ ਵਾਲਿਆਂ ਨੂੰ ਆਪਣਾ ਲੀਡਰ ਬਣਾਉਣਾ, ਇਸੇ ਤਰ੍ਹਾਂ ਦੀ ਅਚੀਵਮੈਂਟ ਜਿਹੜੀ ਹੈ ਸੰਘਰਸ਼ ਦੇ ਵਿੱਚ ਹੋਰ ਹੋਈ, ਕਿ ਰਾਜੇਵਾਲ ਦੇ ਮਨ ਦੇ ਵਿੱਚ ਜਿਹੜੀ ਕਾਮਰੇਡਾਂ ਲਈ ਇੱਜ਼ਤ ਵਧੀ ਆ। ਉਹ ਸਟੇਜਾਂ ਤੋਂ ਕਿੰਨੀ ਵਾਰੀ ਉਹਨਾਂ ਨੇ ਕਿਹਾ ਕਿ ਮੈਂ ਤੇ ਇਹਨਾਂ ਨੂੰ ਸਮਝਦਾ ਸੀ ਇਹ ਬੜੇ ਲੱਕੜ ਸਿਰੇ ਹੈਗੇ ਆ, ਇਹ ਕਦੀ ਕੋਈ ਇਸ ਤਰ੍ਹਾਂ ਦਾ ਨਹੀਂ। ਤੇ ਜੋ ਭਾਸ਼ਾ ਰਾਜੇਵਾਲ ਬੋਲਦਾ, ਮੈਨੂੰ ਕਈ ਵਾਰੀ ਜੇ ਉਹਨੂੰ ਨਾ ਦੱਸੋ ਵੀ ਇਹ ਰਾਜੇਵਾਲ, ਲੋਕਾਂ ਨੂੰ ਲੱਗੂ ਕੋਈ ਕਾਮਰੇਡ ਬੋਲ ਰਿਹਾ। ਜਾਣੀ ਇੰਨਾ ਇੱਕ ਦੂਜੇ ਦੇ ਨਾਲ ਫੇਸਬੁੱਕ ਤੇ ਜੇ ਕੋਈ ਗਾਲਾਂ ਕੱਢਦਾ ਰਾਜੇਵਾਲ ਸਾਹਿਬ ਨੂੰ, ਤੇ ਇਸੇ ਕਰਕੇ ਕੱਢਦਾ, ਇਹ ਤਾਂ ਕਾਮਰੇਡ ਹੈ ਤੇ ਉਹਦੇ ਅੰਮ੍ਰਿਤਧਾਰੀ ਸਿੱਖ ਆ। ਔਰ ਸਿੱਖਾਂ ਦੀ ਜਿੱਥੇ ਗਲਤ ਗੱਲ ਹੋਈ, ਦੀਪ ਸਿੱਧੂ ਸੀ ਜਾਂ ਹੋਰ ਸੀ, ਉਹ ਡਟ ਕੇ ਬੋਲਿਆ। ਕਿਆ ਬਾਤ ਹੈ। ਇਸ ਲਈ ਇਹ ਮੈਨੂੰ ਯਾਦ ਆ ਗਿਆ, ਜ਼ਰੂਰੀ ਇੱਥੇ ਗੱਲ ਕਰਨ ਵਾਲੀ ਹੈ। 26 ਜਨਵਰੀ ਨੂੰ ਜਦੋਂ ਕੁਝ ਲੋਕ ਕਹਿੰਦੇ ਹੈ ਲਾਲ ਕਿਲੇ ਤੇ ਜਾਵਾਂਗੇ, ਤੇ ਇੱਕ ਅਖਬਾਰ 'ਚ ਉਹ ਰਾਜੇਵਾਲ ਹੀ ਸੀ ਜਿਹਨੇ ਦਲੇਰੀ ਨਾਲ ਆਰਟੀਕਲ ਲਿਖ ਕੇ ਕਿਹਾ ਸੀ ਵੀ ਜਿਹੜੇ ਕਿਲੇ ਦੀ ਗੱਲ ਕਰਦੇ ਉਹ ਸਾਡੇ ਸਮਰਥਕ ਨਹੀਂ ਗਏ। ਫਿਰ ਇਸੇ ਕਰਕੇ ਉਹ ਸਿੰਬਲ ਆ, ਸਾਰੀ ਮੂਵਮੈਂਟ ਦਾ ਸਿੰਬਲ ਆ। ਸਭ ਤੋਂ ਵੱਧ ਬਹੁਤ ਜਿਹੜਾ ਇਸ ਵੇਲੇ ਰਾਜੇਵਾਲ ਦੇ ਉੱਤੇ ਆ, ਕਿਉਂਕਿ ਸਾਰਿਆਂ ਤੋਂ ਬੁਲੰਦੀ ਤੇ ਰਾਜੇਵਾਲ ਦਾ ਚਿਹਰਾ ਇਸੇ ਕਰਕੇ ਆ ਕਿ ਉਹਨੇ ਇਨਸਾਫ ਦੇ ਨਾਲ, ਸੱਚਾਈ ਦੇ ਨਾਲ ਯੂਨਿਟੀ ਬਣਾ ਕੇ ਰੱਖਣ ਦੇ ਵਿੱਚ ਇੱਕ ਧੁਰਾ ਬਣ ਕੇ ਏਡੀ ਵੱਡੀ ਮਦਦ ਕੀਤੀ ਹੈ। ਇਹ ਇਸੇ ਤਰ੍ਹਾਂ ਹੀ ਜਿਹੜੇ ਦੂਜੇ ਤੁਸੀਂ ਸਵਾਲ ਜਿੱਥੇ ਸੀ ਉਹ ਆਪਾਂ ਭੁੱਲ ਨਾ ਜਾਈਏ ਕਿ ਜਿਹੜੇ ਨਹੀਂ ਲੜ ਰਹੇ ਉਹਨਾਂ ਦਾ, ਉਹ ਜ਼ਰੂਰੀ ਹੈ। ਹਾਂ, ਉਹ ਇਸ ਕਰਕੇ ਕਿ ਉਹ ਉਹਨਾਂ ਦੇ ਨੀਤੀਗਤ ਆ, ਆਈਡੀਓਲੋਜੀਕਲ ਵਿਚਾਰਧਾਰਾ। ਮੈਂ ਹੁਣ ਉਹ ਪਾਰਟੀਆਂ 'ਚ ਨਹੀਂ ਜਾਊਂਗਾ, ਉਹ ਚੋਣਾਂ ਪਹਿਲਾਂ ਵੀ ਨਹੀਂ ਲੜਦੇ। ਤੇ ਮੈਂ ਕਿੰਨੀ ਵਾਰੀ ਖੁਦ ਅਗਰਾਹਾਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਬੜੇ ਲੋਕ ਕਰ ਰਹੇ ਆ, ਸਵਾਦ ਲੈ ਰਹੇ ਮੂੰਹ 'ਚ ਵੀ ਹੁਣ ਐਤਕੀ ਸਾਡੀ ਇੰਨੀ ਬੱਲੇ ਬੱਲੇ ਆ ਤੇ ਦਾ ਲੱਗੂਗਾ, ਆਪਾਂ ਕੁਝ ਕਰੀਏ, ਮਜ਼ਾਕ 'ਚ ਗੱਲ ਕਰੇ। ਕਹਿੰਦੇ ਸਾਡਿਆਂ ਨੇ ਨਹੀਂ ਇਹ ਗੱਲ ਮੰਨਣੀ ਹੈਗੀ। ਉਹ ਬੜੀ ਦੇਰ ਤੋਂ 6 ਮਹੀਨੇ ਪਹਿਲਾਂ ਤੋਂ ਉਹ ਬੜੇ ਕਲੀਅਰ। ਫੂਲ ਹੋਣੀ ਵੀ ਇਸੇ ਤਰ੍ਹਾਂ ਆ, ਚੋਣਾਂ 'ਚ ਬਹੁਤਾ ਹਿੱਸਾ ਨਹੀਂ ਲੈਂਦੇ। ਡੱਲੇਵਾਲ ਉਹਨਾਂ ਨੂੰ ਕੀ ਹੋਇਆ? ਮੈਨੂੰ ਲੱਗਦਾ ਕਿ ਕੁਛ ਉਹਨਾਂ ਦਾ ਕਿਸੇ ਕਿਸਮ ਦਾ ਉੱਥੇ ਆਪਸ ਵਿੱਚ, ਤੁਹਾਨੂੰ ਪਤਾ ਜਿਸ ਤਰ੍ਹਾਂ ਮਿਸਲਾਂ ਦਾ ਰੌਲਾ, ਸ਼ਬਦ ਵੀ ਵਾਰ ਵੀ ਹੋਇਆ ਸੀ ਰਾਜੇਵਾਲ ਸਾਹਿਬ ਦਾ, ਡੱਲੇਵਾਲ ਬਿਲਕੁਲ। RS ਦਾ, ਮੈਂ ਦੱਸਦਾ ਕੀ ਸੀ ਕਿ ਉਹ ਮਿਸਲਾਂ ਦਾ ਰੌਲਾ ਪੈ ਗਿਆ। ਜਿਹੜੀ ਡੱਲੇਵਾਲ ਮਿਸਲ ਹੈਗੀ ਹੈ, ਉਹ ਕਹਿੰਦੀ ਸੀ ਵੀ ਅਸੀਂ ਅਜੇ ਨਾ ਜਾਈਏ ਉੱਥੋਂ, ਵਾਪਸ ਨਾ ਜਾਈਏ, ਜਿੱਤ ਦੇ ਨਗਾਰੇ ਨਾ ਵਜਾਈਏ। ਤੇ ਲੱਖੋਵਾਲ ਧੜੇ ਨੂੰ ਕੀ ਹੋ ਗਿਆ? ਉਹ ਤੇ ਅਜੇ ਗੱਲਬਾਤ ਕਰ ਰਹੇ ਆ, ਉਹ ਆ ਜਾਣਗੇ। ਉਹਨਾਂ ਨੂੰ ਡਰ ਆ ਵੀ ਇਹ ਕਿਤੇ ਸਾਨੂੰ ਨਾਲ ਜੋੜ ਕੇ ਕਿਤੇ ਆਪਣੀ ਗੱਡੀ ਦੂਜੇ ਇੰਜਣ ਦੇ ਪਿੱਛੇ ਤਾਂ ਨਹੀਂ ਲਾ ਦੇਣਗੇ। ਕਿਤੇ
ਕਿਸੇ ਪਾਰਟੀ ਦੇ। ਅੱਛਾ ਉਹਨਾਂ ਦਾ ਇਹ ਰਿਜ਼ਰਵੇਸ਼ਨ ਹੈ ਉਹਨਾਂ ਦੀ। ਜੇ ਇਹਨਾਂ ਨੂੰ ਇਹ ਪਤਾ ਲੱਗ ਜੇ ਜਿਉਂ ਹੀ ਪੱਕਾ ਕਿ ਈਵਨ ਡਕਾਉਂਦਾ ਹੋਣਾ ਨੂੰ ਜਾਂ ਇਹਨਾਂ ਨੂੰ ਜਾਂ ਕੋਈ ਪੂਨੇ ਵਾਲਾ, ਮੈਂ ਤੇ ਨਹੀਂ ਜਾਣਦਾ ਉਹਨਾਂ ਨੂੰ, ਹਾਂ, ਜੇ ਉਹਨਾਂ ਨੂੰ ਇਹ ਪਤਾ ਲੱਗ ਜੇ 25 ਕਹਿ ਰਹੇ ਆ ਨਾ, 3 ਅਜੇ ਕਹਿੰਦੇ ਅਸੀਂ ਫੈਸਲਾ ਕਰਾਂਗੇ, ਉਹ ਫੈਸਲਾ ਇਸੇ ਗੱਲ ਦਾ ਹੀ ਆ ਵਿੱਚੋਂ ਕਿ ਜੇ ਇਹ ਕਹਿਣਗੇ ਕਿ ਨਹੀਂ ਅਸੀਂ ਆਪਣੇ ਧੜ ਆਪਣਾ ਦੇਖਾਂਗੇ, ਸਾਡਾ ਘਰ ਆ, ਅਸੀਂ ਇਸੇ ਦੇ ਬਲਬੂਤੇ ਰਹਾਂਗੇ, ਇਹ ਚੰਗਾ ਆ ਮਾੜਾ, ਅਸੀਂ ਇਸੇ ਦੇ ਨਾਲ ਹੀ 117 ਤੇ ਖੜੇ ਹੋ ਕੇ ਮੁਕਾਬਲਾ ਕਰਾਂਗੇ, ਤਾਂ ਫਿਰ ਉਹ ਵੀ ਸ਼ਾਇਦ ਵਿੱਚ ਸ਼ਾਮਲ ਹੋ ਜਾਣ। ਨਹੀਂ ਤੇ ਇਹ ਤੇ ਉਹ ਕਹਿ ਹੀ ਰਹੇ ਆ ਕਿ ਅਸੀਂ ਇਹਨਾਂ ਦੇ ਹੱਕ 'ਚ ਆ, ਅਸੀਂ ਵਿਰੋਧ 'ਚ ਨਹੀਂ ਹੈਗੇ, ਅਸੀਂ ਵਿਰੋਧ ਨਹੀਂ ਕਰਾਂਗੇ, ਵਿੱਚ ਆਉਣਾ ਜਿਹੜਾ ਉਹ ਸਾਡਾ ਫੈਸਲਾ ਕਰਾਂਗੇ, ਉਹਨਾਂ ਨੂੰ ਦੇਖ ਕੇ ਕਰਾਂਗੇ। ਸਰ ਇੱਕ ਗੱਲ ਜਿਹੜੀ ਆ ਆਮ, ਦੇਖੋ ਅਸੀਂ ਵੀ ਵਿਚਰਦੇ ਆ, ਈਵਨ ਸਾਡੇ ਤੁਹਾਡੇ ਮਨ 'ਚ ਵੀ ਕਿਤੇ ਇਹ ਗੱਲ ਹੈਗੀ ਸੀ ਯਾਰ, ਜੇ ਰਾਜੇਵਾਲ ਵਰਗਾ, ਜੇ ਇਹ ਜਿਵੇਂ ਮੈਂ ਬਾਰ-ਬਾਰ ਹਰਮੀਤ ਕਾਦੀਆਂ ਦਾ ਨਾਂ ਲੈ ਰਿਹਾ, ਕੁਲਵੰਤ ਸੰਧੂ ਦਾ ਲੈ ਰਿਹਾ, ਮਨਜੀਤ ਰਾਏ ਦਾ ਲੈ ਰਿਹਾ, ਕੌਣ ਜਾਣਦੇ ਸੀ ਇਹਨਾਂ ਨੂੰ? ਰਾਜੇਵਾਲ ਹੋਣਾ ਤੋਂ ਬਿਨਾਂ ਇਹ ਛੋਟੇ ਲੀਡਰ ਸੀ, ਵੱਡੇ ਕੰਮ ਕੀਤੇ ਇਹਨਾਂ ਨੇ, ਪੰਜਾਬ ਨੂੰ ਜਿਉਂਦਿਆਂ ਕੀਤਾ। ਮੇਰੇ ਤਾਂ ਸ਼ਬਦ ਮੂੰਹ 'ਚੋਂ ਇਹੀ ਨਿਕਲਦੇ, ਜਿਉਂਦਿਆਂ ਕੀਤਾ। ਮੁੜਦਾ ਹੋ ਗਿਆ ਸੀ ਪੰਜਾਬ, ਕਿਸੇ ਇਸ਼ੂ 'ਤੇ ਬੋਲਦਾ ਹੀ ਨਹੀਂ ਸੀ। ਸਵਾਲ ਇਹ ਪੈਰਾਂ ਦਾ, ਜਿਹੜੇ ਸ਼ੰਕੇ ਪੈਦਾ ਹੁੰਦੇ, ਤੁਸੀਂ ਵੀ ਕਿਤੇ ਕਿਤੇ ਕਹਿੰਦੇ ਜੇ ਵੀ ਇਹ ਲਾਲਚ 'ਚ ਨਾ ਆ ਜਾਣਾ। ਮੈਂ ਇਹ ਕਹਿਣਾ ਚਾਹੁੰਦਾ 80 ਸਾਲ ਦੇ ਹੋ ਗਏ ਨੇ ਬਲਬੀਰ ਸਿੰਘ ਰਾਜੇਵਾਲ ਜੀ, ਅੱਜ ਲੱਗਦਾ ਵੀ ਇਹ ਬੰਦੇ ਨੇ ਪੰਜਾਬ ਦੀ ਆਵਾਜ਼ 'ਚ ਜਾਨ ਪਾਈ ਹੈ, ਤੇ ਆਪਾਂ ਹੁਣ 80 ਸਾਲਾਂ ਤੋਂ ਬਾਅਦ ਅਚਾਰ ਪਾਉਣਾ ਰਾਜੇਵਾਲ ਸਾਹਿਬ ਦਾ ਕਿਉਂ ਨਹੀਂ ਵਰਤ ਲੈਂਦੇ? ਜੇ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਬੜੀ ਭਾਰੇ ਮਨ ਨਾਲ ਗੱਲ ਕਰਦੇ ਜੇ ਲੋਕ ਉਹਦੇ ਵੱਲ ਉਲਰਦੇ ਨੇ, ਤੇ ਇੱਕੋ ਹੀ ਕਾਰਨ ਆ, ਸ਼ਾਇਦ ਕੇਜਰੀਵਾਲ ਸਾਹਿਬ ਨੂੰ ਭੁਲੇਖਾ ਵੀ ਮੈਨੂੰ ਪਸੰਦ ਕਰਦੇ ਪੰਜਾਬੀ, ਇੱਕੋ ਕਾਰਨ ਆ ਵੀ ਉਹ ਕਾਂਗਰਸ, ਬੀਜੇਪੀ, ਅਕਾਲੀ ਦਲ ਇਹਨਾਂ ਤੋਂ ਦੁਖੀ ਹੋ ਗਏ ਨੇ, ਕਹਿੰਦੇ ਕੋਈ ਵੀ ਆ ਜਾਏ ਯਾਰ, ਲਾਟਰੀ ਪਾ ਲਈਏ। ਸੋ ਤੁਹਾਡਾ ਮਤਲਬ ਵੀ ਇਹ ਸ਼ੰਕੇ ਕੱਢ ਦੇਣੇ ਚਾਹੀਦੇ ਆ ਵੀ ਜੇ ਇਹ ਕਿਸੇ ਨਾਲ ਨਹੀਂ ਸਾਂਝ ਪਾਉਂਦੇ ਹੋਰ ਨਾਲ, ਤੇ ਫਿਰ ਇਹ ਸ਼ੰਕੇ ਕੱਢ ਦੇਣੇ ਚਾਹੀਦੇ। ਨਹੀਂ, ਇਹ ਐਤਕੀ ਤੂਫਾਨ ਤੇ ਇਹਨਾਂ ਦੇ ਹੱਕ 'ਚ ਆ, ਇਹ ਖੁਦ ਹੀ ਨਹੀਂ ਇਹਨਾਂ ਨੂੰ ਪਤਾ ਲੱਗ ਰਿਹਾ। ਜਿਵੇਂ ਕਿਸੇ ਵੇਲੇ 2014 ਤੇ 17 ਦੇ ਵਿੱਚ ਤੂਫਾਨ ਆਪ ਦੇ ਹੱਕ ਵਿੱਚ ਸੀ, ਹੁਣ ਲੋਕਾਂ ਨੇ 2 ਚਾਂਸ ਆਪ ਨੂੰ ਦਿੱਤੇ ਆ। 4 MP ਉਦੋਂ ਬਣਾਏ, ਮੈਂ ਤੇ ਉਦੋਂ ਵਿੱਚ ਹੀ ਸੀ ਬਣਵਾਉਣ ਵਾਲਿਆਂ 'ਚ, ਸਕਰੀਨਿੰਗ ਕਮੇਟੀ ਸਾਰੇ ਸੀਗੇ, ਬਿਲਕੁਲ, ਹਾਂ। ਉਦੋਂ ਜਦੋਂ ਤੇ ਉਹਦੇ 'ਚੋਂ 2 ਤੁਸੀਂ 4.5 ਸਾਲ ਸਸਪੈਂਡ ਰੱਖੇ, ਗਾਂਧੀ ਤੇ ਖਾਲਸਾ, ਹੈ ਨਾ। ਹੁਣ ਤੁਹਾਨੂੰ 20 ਦਿੱਤੇ, ਲੋਕਾਂ ਨੇ ਚਾਂਸ ਦੇ ਦਿੱਤਾ, ਹੁਣ ਤੁਹਾਨੂੰ 20 ਦਿੱਤੇ, ਉਹ ਪਤਾ ਨਹੀਂ 11 ਕਿੱਥੇ ਫਿਰਦੇ, 9 ਰਹਿ ਗਏ, ਉਹਨਾਂ ਦਾ ਵੀ ਪਤਾ ਨਹੀਂ। ਜੇ ਨਾ ਕੋਈ ਗੱਲ ਬਣੀ ਤੇ ਕਿੱਧਰ ਨੂੰ ਜਾਣਗੇ? ਅਜੇ ਤੱਕ ਚੀਫ ਮਿਨਿਸਟਰ ਦਾ ਕੋਈ ਇਹਨਾਂ ਕੋਲ ਚਿਹਰਾ ਨਹੀਂ ਹੈ। ਹੋ ਸਕਦਾ ਇੰਝ ਹੀ ਚੱਲੀ ਜਾਵੇ, ਕੇਜਰੀਵਾਲ ਦਾ ਹੀ ਚਿਹਰਾ ਦੇ ਕੇ ਚੋਣਾਂ ਲੜ ਲੈਣ, ਜੋ ਦਿਖ ਰਿਹਾ ਇਸ ਵੇਲੇ ਹੋਰਡਿੰਗ ਤੋਂ। ਇਸ ਵੇਲੇ ਇਹਨਾਂ ਦੀ ਕੋਈ ਹਨੇਰੀ ਨਹੀਂ। ਇਹ ਤੁਹਾਡੀ ਗੱਲ ਠੀਕ ਹੈ ਕਿ ਇਹ ਘਾਤ ਲਾ ਕੇ ਬੈਠੇ ਰਹਿੰਦੇ ਬਿੱਲੀ ਵਾਂਗੂ, ਕਿ ਜੇ ਉਧਰੋਂ ਵੀ ਰੁੱਸ ਜੇ, ਉਹਦੇ ਘਰ ਚੋਂ ਵੀ ਰੁੱਸ ਜੇ, ਆ ਮੈਨੂੰ ਮਿਲ ਜੇ, ਆ ਮੈਨੂੰ ਮਿਲ ਜੇ। ਇਹੀ ਸਾਂਝੀ ਜੀ ਸਬਜ਼ੀ ਬਣਾ ਦੇ ਘਰ ਜਾਨੀ ਝਾਤੀ ਮਾਰਦੇ, ਉਹ ਇਹ ਆਪਣੇ ਘਰ ਹੈ ਹੀ ਕੁਝ ਨਹੀਂ, ਤੇ ਉੱਥੋਂ ਹੀ ਸਾਰਾ ਮਾਲ ਲੈ ਕੇ ਆਪਣਾ ਕੰਮ ਗੱਡਾ ਚਲਾ ਲੈਂਦੇ। ਇਦਾਂ ਤਾਂ ਨਹੀਂ ਕਹਿ ਸਕਦੇ ਹੈ ਕੁਝ ਨਹੀਂ, ਕਿਤੇ ਨਾ ਕਿਤੇ। ਨਹੀਂ, MLA ਤੋਂ ਇਲਾਵਾ ਨਹੀਂ, ਪਾਰਟੀ ਨਹੀਂ ਬਣ ਦਿੰਦੇ। ਤਰਲੋਚਨ ਜੀ, ਤੁਸੀਂ ਇਹਨਾਂ ਨੂੰ ਨੇੜਿਓਂ ਮੋਨੀਟਰ ਨਹੀਂ ਕਰਦਾ ਜਿੰਨਾ ਮੈਂ ਕਰਦਾ। ਇਹ ਕਦੀ ਵੀ ਤਕੜੀ ਪਾਰਟੀ ਕਿਤੇ ਨਹੀਂ ਬਣ ਦਊਗਾ ਜਿੱਥੇ ਇਹਨੂੰ ਜਵਾਬਦੇਹੀ ਹੋ ਜਾਏ। ਮੈਂ ਬਹੁਤ ਨੇੜਿਓਂ ਦੇਖਿਆ। ਮੈਂ ਤਾਂ ਇਹ ਕਹਿੰਦਾ ਨਾ ਵੀ ਆਮ ਆਦਮੀ ਪਾਰਟੀ ਇੱਕ ਇੱਦਾਂ ਦੀ ਪਾਰਟੀ ਜਿਹਨੂੰ ਬਾਹਰੀ ਦੁਸ਼ਮਣ ਦੀ ਲੋੜ ਨਹੀਂ, ਆਪਣੀ ਦੁਸ਼ਮਣ ਆਪ ਹੀ ਹੈ। ਇਹ ਅਸੈਸ ਹੀ ਨਹੀਂ ਕਰਦੇ। ਬਿਲਕੁਲ, ਤੁਸੀਂ ਇਹ ਠੀਕ ਕਹਿ ਰਿਹਾ। ਜਦੋਂ ਫੈਲਾ ਨਾ ਕਰੋਗੇ, ਇਹ ਤੇ NGO ਦੇ ਰੂਪ ਦੇ ਵਿੱਚ ਚਲਾ ਰਹੇ। NGO ਇੱਕ ਬੰਦੇ ਦੀ ਹੁੰਦੀ ਹੈ। ਇਹ ਪਾਰਟੀ ਨੂੰ ਵੀ ਏਡੀ ਵੱਡੀ ਪੋਲੀਟਿਕਸ, ਏਡੇ ਵੱਡੇ ਕੰਟਰੀ ਦੇ ਵਿੱਚ NGO ਦੇ ਰੂਪ 'ਚ ਚਲਾ ਰਹੇ, ਇੰਜ ਨਹੀਂ ਚੱਲੂਗੀ। ਇਸ ਲਈ ਇਹਦਾ ਜਿਹੜਾ, ਜੇ ਇਹ ਕਹਿਣ ਕਿਸਾਨਾਂ ਦੇ ਮਨ 'ਚ ਭੁਲੇਖਾ ਹੋਵੇ ਕਿ ਇਹਨਾਂ ਨੂੰ ਉਹਦੇ ਤੋਂ ਬਲ ਮਿਲ ਜੂ, ਇਸ ਤਰ੍ਹਾਂ ਨਹੀਂ ਹੈ, ਉਲਟਾ ਹੈ। ਇਹਨਾਂ ਦਾ ਬਲ ਉਹ ਯੂਜ਼ ਕਰਕੇ ਆਪਣੀ ਗੱਡੀ ਨੂੰ ਚਲਾਉਣਾ ਚਾਹੁੰਦਾ, ਇਹਨਾਂ ਨੂੰ ਵਰਤ ਕੇ ਪਰਾਂ ਸੁੱਟ ਦੂਗਾ। ਬਾਕੀ ਸਾਰੇ ਬੰਦੇ ਉਹਨੇ, ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਸ਼ਸ਼ੀ, ਜਿਹੜੇ ਉਹਨਾਂ ਦੇ ਪ੍ਰਸ਼ਾਂਤ ਭੂਸ਼ਣ, ਸ਼ਸ਼ੀ ਭੂਸ਼ਣ ਜਿਹੜੇ ਉਹਨਾਂ ਦੇ ਫਾਦਰ ਸੀਗੇ, ਇਹ ਸਾਰੇ ਹੀ ਜਿਹੜੇ ਇਹਨਾਂ ਨੇ ਕਰੋੜਾਂ ਰੁਪਈਏ ਵੀ ਦਿੱਤੇ, ਆਪਣੀ ਸਾਰੀ ਜਗ੍ਹਾ, ਸਾਰੇ ਦਫ਼ਤਰ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਪ੍ਰਾਪਰਟੀ 'ਚ ਖੋਲ੍ਹੇ ਸੀ। NRI ਦਾ ਵਿਸ਼ਵਾਸ ਉੱਡ ਗਿਆ ਜੀ, ਜਦੋਂ ਇਹਨਾਂ ਦੀਆਂ ਗਤੀਵਿਧੀਆਂ ਇਦਾਂ ਦੀਆਂ, ਤੇ ਵਿਸ਼ਵਾਸ ਉੱਡ ਗਿਆ। ਚਲੋ ਉਧਰ ਆਪਾਂ ਫਿਰ ਜਾਂਦੇ ਹਾਂ। ਇੱਕ ਵਾਰੀ ਫਿਰ ਮੈਂ ਉੱਥੇ ਹੀ ਆਉਣਾ ਚਾਹੁੰਦਾ। ਸ਼ਾਇਦ ਜਦੋਂ ਮੇਰੀ ਸਤੰਬਰ ਸ਼ੁਰੂ ਪਹਿਲੇ ਹਫ਼ਤੇ ਕਿਤਾਬ ਰਿਲੀਜ਼ ਹੋਈ ਸੀ ਚੰਡੀਗੜ੍ਹ ਪ੍ਰੈਸ ਕਲੱਬ, ਰਾਜੇਵਾਲ ਸਾਹਿਬ ਉੱਥੇ ਆਏ, ਤੁਸੀਂ ਵੀ ਸ਼ਾਇਦ ਉੱਥੇ ਸੀ। ਰਾਜੇਵਾਲ ਸਾਹਿਬ, ਮੈਂ ਗੱਲ ਕਰਦਾ ਦੂਰ ਅੰਦੇਸ਼ੇ ਦੀ, ਚੰਗਾ ਲੱਗਦਾ। ਉਹਨਾਂ ਨੇ ਉੱਥੇ ਸੁਭਾਵਿਕ ਤੌਰ 'ਤੇ ਇੱਕ ਗੱਲ ਕਹੀ ਵੀ ਮੈਂ ਪਹਿਲਾਂ ਇੱਕ ਗੱਲ ਦੱਸਦਾ ਵੀ ਕਿਸਾਨਾਂ ਨੇ ਆਪਣਾ ਅੰਦੋਲਨ ਜਿੱਤ ਲਿਆ, ਬਸ ਹੁਣ ਐਲਾਨ ਹੋਣਾ ਬਾਕੀ ਹੈ। ਅਸੀਂ ਸਾਰੇ ਹੈਰਾਨ ਵੀ ਮਤਲਬ ਅੰਦਰ ਇਹਨਾਂ ਦੀ ਕੋਈ ਗੱਲ ਹੋ ਗਈ ਹੈ। ਤੇ ਜਦੋਂ ਫਿਰ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਹੋਣਾ ਨੇ 19 ਨਵੰਬਰ ਨੂੰ ਸਹਿਜ ਸੁਭਾਅ ਹੀ ਲਾਈਵ ਹੋ ਕੇ ਕਹਿ ਦਿੱਤਾ
ਵੀ ਕੁਝ ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕੇ, ਸ਼ਾਇਦ ਸਾਡੀ ਜਿਵੇਂ ਤੁਸੀਂ ਕਿਹਾ ਪ੍ਰਤਿੱਗਿਆ 'ਚ ਜਾਂ ਉਹਦੇ 'ਚ ਕਮੀ ਆ ਗਈ, ਮਾਫੀ ਮੰਗਦੇ ਆ ਤੇ ਕਾਨੂੰਨ ਵਾਪਸ ਲੈਂਦੇ। ਤਾਂ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਮੈਂ ਤੁਹਾਨੂੰ ਕਿਹਾ ਸੀ ਵੀ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਬੜੇ ਸਖਤ ਬੰਦੇ ਨੇ, ਉਹਨਾਂ ਲਿਫਣਾ ਨਹੀਂ ਸੀ, ਟੁੱਟਣਾ ਸੀ, ਤੇ ਉਹ ਅੱਜ ਟੁੱਟ ਗਏ ਨੇ। ਮੇਰਾ ਮਤਲਬ ਜੇ ਇਦਾਂ ਦੀ ਸ਼ਖਸੀਅਤ ਪੰਜਾਬ ਨੂੰ ਮਿਲਦੀ ਹੈ ਤੇ ਤੁਹਾਡੇ ਸ਼ਬਦਾਂ ਮੁਤਾਬਕ ਉਹ ਕੋਈ ਗਲਤ ਸਿਆਸੀ ਗੱਠਜੋੜ ਨਹੀਂ ਕਰਦੇ ਤੇ ਪੰਜਾਬ ਲਈ ਸ਼ੁਭ ਸ਼ਗਨ ਹੋਊਗਾ। ਸ਼ੁਭ ਨਹੀਂ ਹੈ। ਦੇਖੋ ਗੱਲਾਂ ਪਹਿਲਾਂ ਆਪਾਂ ਇਹ ਸਮਝੀਏ ਕਿ ਜਿਹੜੀਆਂ ਮੂਵਮੈਂਟਸ ਹੁੰਦੀਆਂ ਉਹ ਜੁਝਾਰੂ ਗਿਣੇ ਚੁਣੇ ਉਂਗਲੀਆਂ ਤੇ ਗਿਣਨ ਵਾਲੇ ਲੋਕਾਂ ਦੇ ਸਿਰ ਤੇ ਹੁੰਦੀਆਂ, ਔਰ ਉਹਨਾਂ ਦੀ ਜਿਹੜੀ ਸ਼ਕਤੀ ਫਾਇਰਿੰਗ ਪਾਵਰ ਇੰਜ ਕਹਿ ਲਓ, ਤੁਸੀਂ ਇੰਜ ਕਹਿ ਲਓ, ਇੰਜ ਸਿੰਪਲ ਭਾਸ਼ਾ ਜੇ ਸਮਝਣਾ ਹੋਵੇ, ਸਾਡੇ ਕੋਲ ਆਰਮੀ ਦੀ ਕਿੰਨੀ ਗਿਣਤੀ ਹੁੰਦੀ ਆ? 15 ਲੱਖ, 20 ਲੱਖ, 25 ਲੱਖ, ਇਸ ਤਰ੍ਹਾਂ ਹੁੰਦੀ ਆ, ਪਰ ਉਹ ਸਾਰੇ ਦੇਸ਼ ਦੀ 130 ਕਰੋੜ ਪਾਪੂਲੇਸ਼ਨ ਨੂੰ ਕੰਟਰੋਲ ਕਰਦੀ ਨਹੀਂ। ਬਿਲਕੁਲ ਠੀਕ। ਉਹਨਾਂ ਦੇ ਉੱਤੇ ਭਰੋਸੇ ਤੇ ਦੇਸ਼ ਬਚਿਆ ਹੁੰਦਾ। ਇਸ ਤਰ੍ਹਾਂ ਦੀ ਇਹ ਆਰਮੀ ਹੁੰਦੀ ਆ, ਇਹ ਵੋਟਾਂ ਦੇ ਹੈੱਡ ਕਾਊਂਟ ਨਹੀਂ ਹੁੰਦੇ। ਇਹ ਆਪਣੀ ਸ਼ਕਤੀ ਨੂੰ ਇਸ ਰੂਪ 'ਚ ਦੇਖਣਗੇ, ਇਹ ਤੇ ਫਾਇਰਿੰਗ ਪਾਵਰ ਵਾਲੀ ਹੈ, ਤੇ ਮਿਲੀਟੈਂਟ ਜਿਹੜੇ ਜਦੋਂ ਬੰਦੇ ਇਕੱਠੇ ਹੋ ਕੇ ਲੱਖਾਂ ਦੀ ਗਿਣਤੀ 'ਚ ਇੱਕ ਜਗ੍ਹਾ ਤੇ ਇੱਕ ਆਵਾਜ਼ ਕੱਢਣਗੇ, ਉਹਦੇ ਤੋਂ ਪੂਰੀ ਦੁਨੀਆ ਕੰਬਦੀ ਆ, ਇਕੱਲਾ ਭਾਰਤ ਕੀ ਸਮਝੋ। ਇਸੇ ਤਾਕਤ ਨੇ ਮੋਦੀ ਨੂੰ ਹਰਾਇਆ ਕਿ ਇੰਨੀ ਜ਼ਬਰਦਸਤ ਸੀ, ਇੰਨੇ ਡਿਟਰਮਿੰਡ ਸੀ, ਇੰਨੇ ਇਕੱਠੇ ਹੋ ਕੇ ਇਹਨਾਂ ਦੀ ਸਰਵ ਸ਼ਕਤੀਮਾਨ ਬਣੇ ਹੋਏ ਸੀ ਕਿ ਹਿਲਾ ਕੇ ਦਿਖਾ ਲਓ, ਚੁਣੌਤੀ ਮਾਰਦੇ ਸੀ। ਉਸ ਸ਼ਕਤੀ ਨੂੰ ਪਛਾਣ ਕੇ ਹੁਣ ਵੋਟਾਂ ਦੀ ਜਿਹੜੀ ਆ ਉਹ ਹੈੱਡ ਕਾਊਂਟ ਦੀ ਗੱਲ ਹੁੰਦੀ ਆ, ਉਹ ਕਿਵੇਂ ਵੀ ਹੋਵੇ ਇਹਨਾਂ ਨੂੰ ਹਿੱਲਣਾ ਨਹੀਂ ਚਾਹੀਦਾ, ਉਸੇ ਸ਼ਕਤੀ ਨੂੰ ਹੋਰ ਕੰਸੋਲੀਡੇਟ ਕਰਨਾ ਚਾਹੀਦਾ, ਕਿਉਂਕਿ ਇਹ ਜੁਝਾਰੂ ਲੜਾਕੂ ਇਮਾਨਦਾਰ ਲੋਕਾਂ ਦਾ ਪਲੇਟਫਾਰਮ ਆ। ਰਾਦਰ ਇਹਨੂੰ ਸਗੋਂ ਇੱਕ ਹਾਰਡਕੋਰ ਪੋਲਿਟਿਕਸ ਦੇ ਰੂਪ 'ਚ ਦੇਖਣ ਦੀ ਜਗ੍ਹਾ ਇਹਨਾਂ ਨੂੰ ਇਹ ਵੀ ਲਗਾਤਾਰ ਦੇਖਣਾ ਪਊਗਾ ਕਿ ਇਹ ਇੱਕ ਮੋਰਲ ਪੋਲਿਟਿਕਸ ਦਾ ਸਿੰਬਲ ਵੀ ਹੈ, ਜਿਹੜੀ ਜਦ ਕਿ ਅਸੀਂ ਦੂਸਰਿਆਂ ਨੂੰ ਇਮੋਰਲ ਪੋਲਿਟਿਕਸ, ਜਿਹੜੀ ਤੁਸੀਂ ਕਹਿੰਦੇ ਜਿਨ੍ਹਾਂ ਤੋਂ ਅੱਕੇ ਹੋਏ ਆ, ਤੁਸੀਂ ਇੱਕ ਪੈਰਲਲ ਮਾਡਲ ਦੇਣਾ। ਔਰ ਮੈਨੂੰ ਲੱਗਦਾ ਕਿ ਇੱਕ ਦਿਨ ਹੋ ਸਕਦਾ, ਇਸ ਦੇ ਬਾਰੇ ਵੀ ਹੋ ਸਕਦਾ, ਜ਼ਿਆਦਾ ਚਾਂਸ ਇਸ ਵਿੱਚ ਆ ਕਿ ਜੇ 117 ਦੇ ਲੜਨਗੇ, ਕੰਪਰੋਮਾਈਜ਼ ਨਹੀਂ ਕਰਨਗੇ, ਜੋ ਇਹਨਾਂ ਨੇ ਲੋਕਾਂ ਨੂੰ ਸੁਨੇਹਾ ਤੇ ਇਮੇਜ ਦਿੱਤਾ ਹੋਇਆ ਉਸ ਤੇ ਖੜੇ ਰਹਿਣਗੇ, ਤਾਂ ਫਿਰ ਚੀਫ ਮਿਨਿਸਟਰ ਬਣਨਾ, ਮਿਨਿਸਟਰੀਆਂ ਬਣਨੀਆਂ ਬਹੁਤ ਹੀ ਈਜ਼ੀ ਹੈ ਇਹਨਾਂ ਲਈ ਗੱਲ, ਬਹੁਤ ਹੀ ਆਰਾਮ ਨਾਲ ਬਣ ਸਕਦੇ। ਸੋ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਬੜਾ ਸਪਸ਼ਟ ਔਰ ਕਲੀਅਰ ਐਨਾਲਿਸਿਸ ਕਰਕੇ ਇਹ ਗੱਲ ਕਹੀ ਹੈ ਵੀ ਜਿਹੜਾ ਫੈਸਲਾ ਚੋਣ ਲੜਨ ਦਾ ਕੀਤਾ ਉਹ ਪੂਰੀ ਤਰ੍ਹਾਂ ਸਾਰਥਕ ਸਿੱਧ ਹੋ ਸਕਦਾ ਜੇ ਕਿਤੇ ਗਲਤੀ ਕਰਕੇ ਕੋਈ ਗਲਤ ਸਿਆਸੀ ਗੱਠਜੋੜ ਨਾ ਕਰ ਲੈਣ। ਪ੍ਰੋਫੈਸਰ ਮਨਜੀਤ ਸਿੰਘ ਹਰੇਕ ਮੁੱਦੇ ਤੇ, ਹਰੇਕ ਪੰਜਾਬ ਦੇ ਇਸ਼ੂ ਤੇ ਬੋਲਦੇ ਨੇ, ਤੇ ਜੇ ਇਹਨਾਂ ਨੇ ਇਹ ਗੱਲ ਕਹੀ ਹੈ ਤੇ ਲੱਗਦਾ ਵੀ ਇੱਕ ਸੰਸਥਾ ਇਹ ਗੱਲ ਕਹਿ ਰਹੀ ਹੈ। ਸੋ ਕਿਸਾਨ ਲੀਡਰ 22 ਕਿਸਾਨ ਜਥੇਬੰਦੀਆਂ ਦੇ ਜਿਨ੍ਹਾਂ ਨੇ ਇਹ ਗੱਲ ਕਹਿ ਕੇ ਸਿਆਸੀ ਪਿੜ 'ਚ ਆਉਣ ਦਾ ਫੈਸਲਾ ਕੀਤਾ ਵੀ ਸਾਨੂੰ ਪੰਜਾਬ ਦੇ ਲੋਕ ਕਹਿੰਦੇ ਨੇ, ਪੰਜਾਬ ਦੇ ਲੋਕ ਦਬਾਅ ਪਾਉਂਦੇ ਨੇ ਵੀ ਜਦੋਂ ਤੁਸੀਂ ਦਿੱਲੀ ਜਿੱਤ ਕੇ ਆ ਗਏ ਤੇ ਹੁਣ ਪੰਜਾਬ ਜਿਹੜਾ ਮੁੜਦਾ ਬਣਦਾ ਜਾ ਰਿਹਾ, ਜੇ ਉਹ ਆਪਣਾ ਕਰਜ਼ੇ ਵਿੱਚ ਡੁੱਬਿਆ ਪਿਆ, ਬੇਰੁਜ਼ਗਾਰੀ ਵਿੱਚ ਡੁੱਬਿਆ ਪਿਆ, ਉਹਨੂੰ ਵੀ ਸੇਧ ਦਿਓ। ਤੇ ਸ਼ਾਇਦ ਜੇ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਲੱਗਦਾ 2022 ਦਾ ਸਿਆਸੀ ਪਿੜ ਜਿਹੜਾ ਹੈ ਔਰ ਸਿਆਸੀ ਭਵਿੱਖ ਜਿਹੜਾ ਆ ਉਹ ਕਿਤੇ ਚਾਨਣ ਮੁਨਾਰਾ ਹੋ ਸਕਦਾ। ਇਹੀ ਆਸ ਕਰਦੇ ਹਾਂ। ਤੁਹਾਡੇ ਤੋਂ ਆਗਿਆ ਲੈਂਦੇ ਹਾਂ, ਦੁਬਾਰਾ ਫਿਰ ਮਿਲਾਂਗੇ।